ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਵੱਡੇ ਭਾਗਾ ਵਾਲੇ ਨੇ ਸਾਰੇ ਹੀ ਜੀਵ ਜਿਹੜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਗੁਰੂ ਦੇ ਰਹੇ ਜੀਵਨ ਦੀ ਜਾਂਚ ਸਿੱਖ ਰਹੇ ਆਪਾਂ ਗੁਰਬਾਣੀ ਗੁਰੂ ਦੇ ਪਿੱਛੋਂ ਮਹਾਰਾਜ ਦੇ ਕਥਾ ਦੇ ਰਾਹੀਂ ਜਿਹੜੀ ਕਹਾਣੀ ਸਰਵਣ ਕਰਦੇ ਹਾਂ, ਉਹਦੇ ਵਿੱਚ ਜਿਹੜੀ ਆਪਾਂ ਤੁਕ ਵਿਚਾਰਦੇ ਹਾਂ, ਸ਼ਬਦ ਵਿਚਾਰਦੇ ਹਾਂ, ਉਹਦਾ ਭੇਦ ਲੈਂਦੇ ਹਾਂ ਮਹਾਰਾਜ ਤੋਂ। ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰੇ, ਰਾਮ ਬਿਨਾ ਕੋ ਬੋਲੇ ਰੇ। ਜਿਹੜੀ ਅਵਸਥਾ ਦਾ ਇਹ ਸ਼ਬਦ ਆ, ਇਹ ਮਹਾਰਾਜ ਨੂੰ ਆਪਾਂ ਪੁੱਛਦੇ ਹਾਂ। ਆਪਾਂ ਨੂੰ ਭੇਦ ਦਿੱਤਾ ਆ ਮਹਾਰਾਜ ਨੇ ਗੁਰਬਾਣੀ ਗੁਰੂ ਦੇ ਵਿੱਚ ਕਿ ਸਾਰਿਆਂ ਘਟਾਂ ਦੇ ਵਿੱਚ ਅਕਾਲ ਪੁਰਖ ਬੋਲਦੇ ਨੇ, ਸਾਰਿਆਂ ਘਟਾਂ ਵਿੱਚ ਮਾਲਿਕ ਆਪ ਨੇ। ਲੇਕਿਨ ਇਹਦੇ ਪਿੱਛੇ ਕਹਾਣੀ ਹੈ, ਇਹਦੇ ਪਿੱਛੇ ਕਹਾਣੀ ਹੈ। ਜਦੋਂ ਆਪਾਂ ਗੁਰਮੁਖ ਪਿਆਰੋ ਤ੍ਰਿਲੋਕੀ ਦੇ ਵਿੱਚ ਵਿਚਰਦੇ ਹਾਂ, ਕਿਉਂਕਿ ਸਾਡੀ ਖੇਡ ਤ੍ਰਿਲੋਕੀ ਦੇ ਵਿੱਚ ਆ, ਆਪਾਂ ਸਾਰੇ ਜੀ ਮਨ ਬੱਚੇ ਪਾਉਣ ਨਾਲ ਰਲ ਕੇ ਤ੍ਰਿਲੋਕੀ ਦੇ ਵਿੱਚ ਖੇਡ ਰਹੇ ਹਾਂ। ਇਹ ਜਿਹੜੀ ਤ੍ਰੈ ਗੁਣਾ ਵਾਲੀ ਭਾਸ਼ਾ ਆ, ਪੌਣ ਪਾਣੀ ਅਗਨ ਦੀ ਜਿਹੜੀ ਆ ਬਿੰਬ ਦੀ ਬਾਣੀ ਆ, ਇਹ ਤ੍ਰਿਲੋਕੀ ਦੀ ਭਾਸ਼ਾ ਆ, ਇਹ ਤ੍ਰਿਲੋਕੀ ਦੀ ਭਾਸ਼ਾ ਆ। ਜਿੱਦਾਂ ਬਾਣੀ ਆ, ਇਹ ਵੀ ਇੱਕ ਜੀਵ ਆ। ਖਾਣੀ ਬਾਣੀ ਇਹ ਸਭ ਜੀਵ ਹੈ, ਇਹ ਬਾਣੀ ਵੀ ਇੱਕ ਜੀਵ ਹੈ। ਇਹ ਜਿਹੜੀ ਬਾਣੀ ਆਪਾਂ ਬੋਲਦੇ ਆ, ਇਹ ਤ੍ਰਿਲੋਕੀ ਦੀ ਆ, ਇਹ ਤ੍ਰਿਲੋਕੀ ਦੀ ਆ। ਇਹ ਮਾਇਆਵੀ ਤੱਤ ਨੇ, ਇਹਦੇ ਵਿੱਚ ਮਾਇਆਵੀ ਤੱਤ ਨੇ। ਜਦੋਂ ਆਪਾਂ ਬੋਲਦੇ ਆ, ਇਹਦੇ ਵਿੱਚ ਅਗਨ, ਪੌਣ ਤੇ ਪਾਣੀ ਇਕੱਠੇ ਨਿਕਲਦੇ ਨੇ। ਜਦੋਂ ਆਪਾਂ ਸਾਰੇ ਬੋਲਦੇ ਆ, ਇਹਦੇ ਵਿੱਚ ਪੌਣ, ਅਗਨ ਤੇ ਪਾਣੀ ਇਕੱਠੇ ਨਿਕਲਦੇ ਨੇ, ਮਾਇਆਵੀ। ਤੇ ਇਸ ਭਾਸ਼ਾ ਦੇ ਵਿੱਚ ਮਾਲਿਕ ਨਹੀਂ ਬੋਲਦੇ, ਇਸ ਭਾਸ਼ਾ ਦੇ ਵਿੱਚ ਮਾਲਿਕ ਨਹੀਂ ਬੋਲਦੇ। ਇਹ ਬਹੁਤ ਡੂੰਘਾ ਪੁਆਇੰਟ ਆ, ਆਪਾਂ ਇਹਨੂੰ ਬੁੱਝ ਲੈਂਦੇ ਆ। ਕਈ ਵਾਰ ਆਪਾਂ ਸਹਿਜ ਸੁਭਾਈ ਉਦਾਂ ਹੀ ਕਹਿ ਦਿੰਦੇ ਆ ਵੀ ਇਹ ਨਹੀਂ ਬੋਲ ਰਿਹਾ, ਮਾਲਿਕ ਬੋਲ ਰਿਹਾ ਆ। ਇਹ ਨਹੀਂ ਬੋਲ ਰਿਹਾ, ਮਾਲਿਕ ਬੋਲ ਰਿਹਾ ਹੈ। ਲੇਕਿਨ ਮਾਲਿਕ ਜਿਹੜੇ ਆ ਤੱਤ ਨੇ, ਉਦਾਂ ਤਾਂ ਜੇ ਬਰੀਕੀ ਦੇ ਵਿੱਚ ਔਰ ਬਰੀਕੀ ਦੇ ਵਿੱਚ ਜਿੱਥੋਂ ਖੇਡ ਸ਼ੁਰੂ ਹੋਈ ਆ, ਇਹ ਤੱਤ ਵੀ ਮਾਲਿਕ ਦੇ ਵਿੱਚ ਦੇ ਹੀ ਨਿਕਲੇ ਨੇ, ਇਹ ਤੱਤ ਵੀ ਮਾਲਿਕ ਦੇ ਵਿੱਚ ਦੇ ਹੀ ਨਿਕਲੇ ਨੇ। ਪੌਣ ਮਾਲਿਕ ਦੇ ਮੁਖ ਤੋਂ ਹੀ ਨਿਕਲੀ ਆ। ਲੇਕਿਨ ਖੇਡ ਬਣਾਉਣ ਦੇ ਲਈ, ਕੀ ਬਣਾਉਣ ਦੇ ਲਈ? ਖੇਡ ਬਣਾਉਣ ਦੇ ਲਈ। ਮਾਲਿਕ ਦੇ ਜਿਹੜੇ ਮੁਖ ਦੀ ਆਵਾਜ਼ ਆ, ਉਹ ਮਾਇਆਵੀ ਤੱਤ ਨਹੀਂ, ਕਿਉਂਕਿ ਮਾਇਆਵੀ ਤੱਤ ਬਿੰਸਦੇ ਨੇ, ਮਾਇਆਵੀ ਤੱਤ ਬਿੰਸਦੇ ਨੇ। ਮਾਲਿਕ ਥਿਰ ਨੇ, ਮਾਲਿਕ ਥਿਰ ਨੇ। ਮਾਲਿਕ ਦੇ ਮੁਖ ਦੀ ਆਵਾਜ਼ ਵੀ ਥਿਰ ਆ, ਮਾਲਿਕ ਦੇ ਮੁਖ ਦੀ ਆਵਾਜ਼ ਵੀ ਥਿਰ ਆ। ਤੇ ਮਾਲਿਕ ਕੁਝ ਇਹੋ ਜਿਹਾ ਨਹੀਂ ਬੋਲਦੇ ਜਿਹੜਾ ਬਿੰਸ ਜਾਵੇ। ਇਹ ਬਹੁਤ ਬਰੀਕੀ ਆ। ਜਿਹੜੀ ਆਪਾਂ ਭਾਸ਼ਾ ਬੋਲਦੇ ਆ, ਇਹ ਮਾਇਆਵੀ ਤੱਤ ਨੇ। ਇਹ ਬਣਦੀ ਆ, ਵਿਗੜਦੀ ਆ, ਇਹ ਬਣਦੀ ਆ, ਵਿਗੜਦੀ ਆ। ਲੇਕਿਨ ਜਿੱਦਾਂ ਆਪਾਂ ਸਾਰੇ ਵਿਚਾਰ ਇਹ ਸਾਰੇ ਲਗਭਗ ਜਾਣਦੇ ਆ ਕਿ ਸੱਚ ਨਹੀਂ ਬੰਦਾ ਵਿਗੜਦਾ, ਸੱਚ ਨਹੀਂ ਬੰਦਾ ਵਿਗੜਦਾ। ਸੱਚ ਥਿਰਿਆ, ਸੱਚ ਥਿਰਿਆ। ਮਾਲਿਕ ਦੇ ਮੁਖ ਦੀ ਆਵਾਜ਼ ਵੀ ਥਿਰਿਆ, ਮਾਲਿਕ ਦੇ ਮੁਖ ਦੀ ਆਵਾਜ਼ ਵੀ ਥਿਰਿਆ, ਕਿਉਂਕਿ ਮਾਲਿਕ ਥਿਰ ਹੈ। ਤੇ ਮਾਲਿਕ ਇਹ ਮਾਇਆਵੀ ਤੱਤਾਂ ਦੇ ਵਿੱਚ ਨਹੀਂ ਬੋਲਦੇ, ਮਾਲਿਕ ਮਾਇਆਵੀ ਤੱਤਾਂ ਦੇ ਵਿੱਚ ਨਹੀਂ ਬੋਲਦੇ। ਤੇਰਾ ਮੁਖ ਸੁਹਾਵਾ ਜਿਉ ਸਹਿਜ ਧੁਨ ਬਾਣੀ। ਮਾਲਿਕ ਕਿੱਦਾਂ ਬੋਲਦੇ ਆ? ਸਹਿਜ ਧੁਨ ਦੇ ਰਾਹੀਂ, ਨਾਮ ਦੇ ਰਾਹੀਂ। ਜਿਹਨੂੰ ਮਹਾਰਾਜ ਗਿਆਨ ਦੇਣ ਲਗੇ, ਆਦ ਅੰਤ ਏਕ ਹੀ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਜਿਹੜੇ ਉਹ ਗੁਰੂ ਆ, ਜਿਹਨੂੰ ਗੁਰੂ ਕਿਹਾ, ਸ਼ਬਦ ਗੁਰੂ ਕਿਹਾ, ਉਹਦੇ ਰਾਹੀਂ ਮਾਲਿਕ ਬੋਲਦੇ ਆ। ਜਿਹਨੂੰ ਸਭ ਤੋਂ ਉੱਤਮ ਕਥਾ ਕਿਹਾ, ਉਹਦੇ ਰਾਹੀਂ ਮਾਲਿਕ ਬੋਲਦੇ ਆ। ਜਿਹਨੂੰ ਹਰ ਕੀ ਕਥਾ ਅਨਾਹਦ ਬਾਣੀ, ਜਿਹਨੂੰ ਮਹਾਰਾਜ ਨੇ ਦੱਸਿਆ, ਉਹਦੇ ਰਾਹੀਂ ਮਾਲਿਕ ਬੋਲਦੇ ਆ। ਫਿਰ ਇਹ ਜਿਹੜੀ ਸ਼ਬਦ ਆ, ਜਿਹਨੂੰ ਆਪਾਂ ਸਾਰੇ ਜੀ ਓਦਾਂ ਵਿਚਾਰ ਲੈਂਦੇ ਆ,
ਸਭਾ ਘਟ ਰਾਮ ਬੋਲੇ ਰਾਮਾ ਬੋਲੇ ਰੇ। ਸੰਸਾਰ ਨੂੰ ਦੇਖਦੇ ਹੋਇਆ ਉਹਦੇ ਵਿੱਚ ਅਸੀਂ ਮਾਲਿਕ ਨੂੰ ਲੈ ਆਨੇ ਆ, ਉਹਦੇ ਵਿੱਚ ਮਾਲਿਕ ਨੂੰ ਲੈ ਆਨੇ ਆ। ਲੇਕਿਨ ਮਾਲਿਕ ਇਹ ਮਾਇਆਵੀ ਤੱਤਾਂ ਦੇ ਰਹਿ, ਮਾਲਿਕ ਸੱਚ ਆ। ਇਹ ਸਾਡੀ ਭਾਸ਼ਾ ਆ, ਤਰਲੋਕੀ ਦੀ ਭਾਸ਼ਾ ਆ, ਇਹ ਬੰਦੀ ਵਿੰਸਦੀ ਆ, ਇਹਦੀ ਉਮਰ ਆ, ਇਹਦੀ ਉਮਰ ਆ, ਸਾਡੇ ਕਹੇ ਹੋਏ ਸ਼ਬਦਾਂ ਦੀ ਉਮਰ ਆ, ਕਿਉਂਕਿ ਇਹ ਵਿੰਸਦੇ ਨੇ, ਫਿਰ ਇਕੱਠੇ ਹੋ ਜਾਂਦੇ ਨੇ, ਫਿਰ ਵਿੰਸਦੇ ਨੇ। ਇਹ ਵੀ ਇੱਕ ਬਾਣੀ ਜਿਹੜੀ ਆ, ਇੱਕ ਜੰਤ ਆ, ਇਹ ਵੀ ਜਨਮ ਮਰਨ ਦੇ ਵਿੱਚ ਆ ਜਿਹੜੀ, ਲੇਕਿਨ ਸ਼ਬਦ ਜਨਮ ਮਰਨ ਦੇ ਵਿੱਚ ਨਹੀਂ, ਕਿਉਂਕਿ ਉਹ ਭਾਸ਼ਾ ਸਾਡੀ ਨਹੀਂ, ਉਹ ਭਾਸ਼ਾ ਮਾਲਿਕ ਦੀ ਆ, ਉਹ ਬਾਣੀ ਮਾਲਿਕ ਦੀ ਆ, ਜਿਹਨੂੰ ਧੁਰ ਦੀ ਬਾਣੀ ਵੀ ਕਿਹਾ, ਜਿਹਨੂੰ ਅੰਮ੍ਰਿਤ ਬਾਣੀ ਵੀ ਕਿਹਾ। ਉਹ ਜਿਹੜੀ ਧੁਰ ਕਿਹਾ, ਉਹ ਕਿਹਾ ਅਕਾਲ ਪੁਰਖ ਜੀ ਨੂੰ। ਅਕਾਲ ਪੁਰਖ ਦੇ ਮੁਖ ਦੇ ਜੋ ਨਾਮ ਨਿਰੰਜਨ ਪ੍ਰਗਟ ਹੋ ਰਿਹਾ ਆ, ਉਹ ਮਾਲਿਕ ਦੀ ਬਾਣੀ ਆ। ਉਹ ਕੀ ਆ? ਮਾਲਿਕ ਦੀ ਬਾਣੀ ਆ, ਜਿਹਨੂੰ ਨਾਮ ਵੀ ਕਿਹਾ, ਜਿਹਨੂੰ ਨਾਮ ਵੀ ਕਿਹਾ, ਜਿਹਨੂੰ ਸਤ ਨਾਮ ਵੀ ਕਿਹਾ, ਸੱਚ ਦੇ ਮੁਖ ਦੀ ਆਵਾਜ਼, ਜਿਹਨੂੰ ਆਤਮਾ ਰਾਮ ਵੀ ਕਿਹਾ, ਜਿਹਨੂੰ ਸਹਿਜ ਧੁਨ ਵੀ ਕਿਹਾ, ਹੈਨਾ, ਇਹ ਜਿਹਨੂੰ ਆਕਾਸ਼ ਬਾਣੀ ਵੀ ਕਿਹਾ, ਜਿਹਨੂੰ ਆਕਾਸ਼ ਬਾਣੀ ਵੀ ਕਿਹਾ, ਉਹ ਉਹਦੇ ਮੁਖ ਦੀ ਆਵਾਜ਼ ਹੈ। ਜਿਹਨੂੰ ਨਾਮ ਨਿਰੰਜਨ ਵੀ ਕਿਹਾ, ਨਾਮ ਨਿਰੰਜਨ ਵੀ ਕਿਹਾ, ਜਿਹਨੂੰ ਗੁਰੂ ਵੀ ਕਿਹਾ, ਸ਼ਬਦ ਗੁਰੂ ਵੀ ਕਿਹਾ, ਉਹਨੂੰ ਹੀ ਅਨਾਹਦ ਬਾਣੀ ਵੀ ਕਿਹਾ, ਉਹਨੂੰ ਹੀ ਨਾਦ ਵੀ ਕਿਹਾ, ਉਹਨੂੰ ਹੀ ਤੂਰ ਵੀ ਕਿਹਾ, ਅਵਸਥਾ ਦੇ ਅਨੁਸਾਰ। ਲੇਕਿਨ ਉਹਦੇ ਹੀ ਮੁਖ ਦੀ ਆਵਾਜ਼ ਨੂੰ ਗੁਰ ਸਬਦੀ ਗੋਬਿੰਦ ਗਜਿਆ, ਉਹੀ ਬੋਲਿਆ, ਉਸੀ ਦੀ ਹੀ ਅਵਸਥਾਵਾਂ ਬਣ ਗਈਆਂ ਮਨ ਦੇ ਲਈ। ਮਾਲਿਕ ਬੋਲ ਰਹੇ ਨੇ, ਮਾਲਿਕ ਬੋਲਦੇ ਨਹੀਂ, ਬੋਲਦੇ ਨਹੀਂ, ਬੋਲਦਾ ਉਹ ਆ ਜਿਹੜਾ ਚੁੱਪ ਵੀ ਕਰਦਾ। ਉਹ ਆਪਾਂ ਕਹਿੰਦੇ ਵੀ ਉਹ ਬੋਲ ਪਿਆ, ਉਹ ਬੋਲ ਤਾਂ ਪਊਗਾ ਜਿਹੜਾ ਕਦੀ ਚੁੱਪ ਹੁੰਦਾ ਹੋਊਗਾ ਵਿੱਚ ਦੇ ਵਿੱਚ। ਲੇਕਿਨ ਮਾਲਿਕ ਥਿਰ ਨੇ, ਮਾਲਿਕ ਜਗਦਾ ਆ, ਮਾਲਿਕ ਬੋਲਦਾ ਹੀ ਰਹਿੰਦਾ ਆ, ਮਾਲਿਕ ਬੋਲਦਾ ਹੀ ਰਹਿੰਦਾ ਆ। ਅਸੀਂ ਸੁੱਤੇ ਹੋਏ ਨੇ, ਜਦੋਂ ਅਸੀਂ ਜਗਦੇ ਹਾਂ ਤੇ ਅਸੀਂ ਕਹਿੰਦੇ ਮਾਲਿਕ ਬੋਲ ਪਿਆ, ਮਾਲਿਕ ਪਹਿਲੇ ਤੇ ਹੀ ਬੋਲ ਰਹੇ ਹੈ, ਲੇਕਿਨ ਅਸੀਂ ਸੋ ਗਏ ਥੇ, ਅਸੀਂ ਸੋ ਗਏ ਥੇ। ਜਦੋਂ ਅਸੀਂ ਜਾਗਦੇ ਹਾਂ ਤੇ ਅਸੀਂ ਕਹਿੰਦੇ ਗੁਰ ਸਬਦੀ ਗੋਬਿੰਦ ਗਜਿਆ, ਮਾਲਿਕ ਗਜ ਹੀ ਰਹੇ ਨੇ, ਮਾਲਿਕ ਬੋਲ ਹੀ ਰਹੇ ਨੇ, ਕਿਉਂਕਿ ਮਾਲਿਕ ਥਿਰ ਨੇ। ਅਸੀਂ ਸੋ ਗਏ ਥੇ ਤਰਲੋਕੀ ਦੇ ਵਿੱਚ, ਅਸੀਂ ਸੋ ਗਏ ਥੇ ਤਰਲੋਕੀ ਦੇ ਵਿੱਚ, ਅਸੀਂ ਸੋ ਗਏ ਥੇ ਕਾਲ ਦੇ ਇਲਾਕੇ ਦੇ ਵਿੱਚ, ਅਸੀਂ ਸੋ ਗਏ ਥੇ ਬ੍ਰਹਮ ਦੇ ਕਲੇ ਦੇ ਵਿੱਚ, ਅਸੀਂ ਸੋ ਗਏ ਥੇ ਵਿਚਾਰਾਂ ਦੇ ਵਿੱਚ। ਮਾਲਿਕ ਜਗਦੇ ਹੀ ਹੈ, ਮਾਲਿਕ ਜਗਦੇ ਹੀ ਹੈ, ਕਿਉਂਕਿ ਉੱਥੇ ਦਿਨ ਔਰ ਰਾਤ ਨਹੀਂ ਹੈ, ਉੱਥੇ ਦਿਨ ਔਰ ਰਾਤ ਨਹੀਂ ਹੈ, ਉੱਥੇ ਹਮੇਸ਼ਾ ਹੀ ਦਿਨ ਹੀ ਚੜਿਆ ਰਹਿੰਦਾ, ਉੱਥੇ ਰਾਤ ਨਹੀਂ ਹੁੰਦੀ, ਉੱਥੇ ਪਹਿਰ ਨਹੀਂ ਹੈ, ਉੱਥੇ ਪਹਿਰ ਨਹੀਂ ਹੈ, ਉੱਥੇ ਇਹ ਚੰਦ ਸੂਰਜ ਦਿਨ ਰਾਤ ਦੁੱਖ ਸੁੱਖ, ਇਹ ਉੱਥੇ ਦੋ ਪਹਿਲੂ ਨਹੀਂ ਹੈ। ਜਿੱਥੇ ਦੋ ਪਹਿਲੂ ਨਹੀਂ ਹੈ ਉੱਥੇ ਇੱਕ ਹੈ। ਇਸ ਕਰਕੇ ਉਹਨੂੰ ਕਿਹਾ ਅਕਾਲ ਪੁਰਖ, ਜਿਹਨੂੰ ਇੱਕ ਓੰਕਾਰ ਕਿਹਾ, ਜਿੱਥੇ ਉਹ ਕੱਲਾ ਹੈ, ਜਿੱਥੇ ਉਹ ਕੱਲਾ ਹੈ, ਜਿੱਥੇ ਉਹ ਕੱਲਾ ਆ ਤੇ ਉਹ ਕੱਲਾ ਹੀ ਬੈਠਾ ਹੋਇਆ ਬੋਲ ਰਿਹਾ ਆ, ਜਿਹਨੂੰ ਉੱਤਮ ਕਥਾ ਕਿਹਾ, ਜਿਹਨੂੰ ਉੱਤਮ ਕਥਾ ਕਿਹਾ। ਤੇ ਮਾਲਿਕ ਕਿੱਦਾਂ ਬੋਲ ਰਹੇ ਨੇ? ਉੱਤਮ ਕਥਾ ਰਾਹੀਂ, ਅਨਾਹਦ ਸ਼ਬਦ ਦੇ ਰਾਹੀਂ ਉਹ ਬੋਲ ਰਹੇ ਨੇ, ਜਿਹਨੂੰ ਅਨਹਦ ਸ਼ਬਦ ਕਿਹਾ, ਜਿਹਦਾ ਸਿਰਾ ਨਹੀਂ ਹੈਗਾ, ਜਿਹਦਾ ਸਿਰਾ ਨਹੀਂ ਹੈਗਾ, ਉਹਨੂੰ ਅਨਹਦ ਸ਼ਬਦ ਕਿਹਾ। ਚਲੋ ਆਓ ਆਪਾਂ ਅੱਗੇ ਪੁੱਛਦੇ ਹਾਂ, ਅਨਹਦ ਸ਼ਬਦ ਦਾ ਜਦ ਸਿਰਾ ਨਹੀਂ ਹੈਗਾ ਤੇ ਸਾਡੇ ਅੰਦਰ ਕਿਸੇ ਸਿਰੇ ਤੇ ਤਾਂ ਉਹ ਸ਼ੁਰੂ ਹੁੰਦਾ ਹੋਊਗਾ, ਓਦਾਂ ਤਾਂ ਉਹ ਅਨਹਦ ਹੈ, ਲੇਕਿਨ ਸਾਡੇ ਲਈ ਜਦੋਂ ਉਹ ਸਾਨੂੰ ਨਹੀਂ ਸੁਣਦਾ ਤੇ ਜਿੱਥੇ ਤੋਂ ਉਹ ਸੁਣਦਾ ਆ ਉਹ ਉਹਦਾ ਸਿਰਾ ਆ, ਉਹ ਉਹਦਾ ਸਿਰਾ ਆ। ਚਲੋ ਆਪਾਂ ਇਹ ਹੋਰ ਪੁੱਛ ਲੈਂਦੇ ਹਾਂ ਮਹਾਰਾਜ ਤੋਂ ਬਰੀਕੀ ਦੇ ਵਿੱਚ। ਆਪਾਂ ਜਦੋਂ ਗੁਰਬਾਣੀ ਗੁਰੂ ਦਾ ਸ਼ਬਦ ਵਿਚਾਰਦੇ ਹਾਂ ਵੀ ਸਾਰੇ ਘਟਾਂ ਦੇ ਵਿੱਚ ਮਾਲਿਕ ਨੇ, ਸਾਰੇ ਘਟਾਂ ਦੇ ਵਿੱਚ ਮਾਲਿਕ ਨੇ, ਤੇ ਕਹਿੰਦੇ ਵੀ ਸਵੈ ਘਟ ਰਾਮ ਬੋਲੇ, ਸਵੈ ਘਟ ਰਾਮ ਬੋਲੇ, ਰਾਮਾ ਬੋਲੇ ਰੇ, ਰਾਮ ਬਿਨਾ ਕੋ ਬੋਲੇ ਰੇ।
ਇਹ ਜਿਹੜੀ ਪੌਣ ਦਾ ਇਲਾਕਾ ਬਣਾਇਆ, ਇਹ ਕਾਲ ਦਾ ਇਲਾਕਾ ਬਣਾਇਆ। ਕਿਹਦਾ ਇਲਾਕਾ ਬਣਾਇਆ? ਕਾਲ ਦਾ ਇਲਾਕਾ। ਮਾਲਿਕ ਕਾਲ ਦੇ ਇਲਾਕੇ ਦੇ ਵਿੱਚ ਨਹੀਂ, ਮਾਲਿਕ ਕਾਲ ਦੇ ਇਲਾਕੇ ਦੇ ਵਿੱਚ ਨਹੀਂ, ਉਸ ਇਲਾਕੇ ਤੋਂ ਉੱਪਰ ਮਾਲਿਕ ਦਾ ਇਲਾਕਾ ਬਣਿਆ, ਜਿਹਨੂੰ ਆਪਾਂ ਦਸਮ ਦੁਆਰ ਪੜ੍ਹਦੇ ਆ। ਕਿਹਨੂੰ ਪੜ੍ਹਦੇ ਆ? ਦਸਮ ਦੁਆਰ। ਸਾਰੇ ਵਿੱਚ, ਹਰ ਇੱਕ ਜੀਵ ਦੇ ਵਿੱਚ, ਹਰ ਇੱਕ, ਕੋਈ ਇਹੋ ਜਿਹਾ ਜੀਵ ਦੀ ਗੱਲ ਨਹੀਂ ਹੋ ਰਹੀ। ਇਹ ਧਰਤੀ ਵੀ ਇੱਕ ਜੀਵ ਹੀ ਆ, ਇਹ ਵੀ ਥਾਪੀ ਆ ਮਹਾਰਾਜ ਨੇ। ਇਹਦੇ ਵਿੱਚ ਵੀ ਨਾਮ ਦੀ ਹੀ ਜੋਤ ਆ, ਇਹਦੇ ਵਿੱਚ ਵੀ ਨਾਮ ਦੀ। ਜਿਤਨੇ ਆਪਾਂ ਖੰਡ ਪਤਾਲ, ਜਿਤਨਾ ਕੁਛ ਦੇਖਦੇ ਆ ਸ੍ਰਿਸ਼ਟੀ, ਜਿਹਦਾ ਆਪਾਂ ਆਰਤਾਂ ਪੜ੍ਹਦੇ ਆ ਹਰ ਰੋਜ਼, ਉਹਦੇ ਵਿੱਚ ਮਹਾਰਾਜ ਖੇਡ ਸਮਝਾ ਰਹੇ ਨੇ। ਕਹਿੰਦੇ ਵੀ ਸਾਰਿਆਂ ਦੇ ਵਿੱਚ ਨਾਮ ਰੱਖਿਆ ਹੋਇਆ ਆ, ਸਾਰਿਆਂ ਦੇ ਵਿੱਚ ਨਾਮ ਰੱਖਿਆ ਹੋਇਆ। ਉਸ ਨਾਮ ਦੇ ਰਾਹੀਂ ਮਾਲਿਕ ਸਾਰਿਆਂ ਦੇ ਵਿੱਚ ਬੋਲ ਰਹੇ ਆ, ਸਾਰਿਆਂ ਦੇ ਵਿੱਚ ਮਾਲਿਕ ਬੋਲ ਰਹੇ ਨੇ। ਕਿਸੇ ਇਹ ਨਹੀਂ ਕਿਹਾ ਮਹਾਰਾਜ ਨੇ ਕਿ ਮਨੁੱਖਾਂ ਦੇ ਵਿੱਚ ਸਭੈ ਘਟ ਰਾਮ ਬੋਲੇ। ਸਭੈ ਘਟ ਦਾ ਮਤਲਬ ਸਾਰੀ ਸ੍ਰਿਸ਼ਟੀ ਆ ਗਈ। ਆਪਣੀ ਮਤ ਕੇਵਲ ਮਨੁੱਖਾਂ ਤੱਕ ਸੀਮਿਤ ਆ, ਤੇ ਆਪਾਂ ਕਹਿੰਦੇ ਵੀ ਇਹਦੇ ਵਿੱਚ ਵੀ ਮਾਲਿਕ ਬੋਲਦਾ ਆ, ਤੇਰੇ ਵਿੱਚ ਵੀ ਮਾਲਿਕ ਬੋਲਦਾ, ਮੇਰੇ ਵਿੱਚ ਵੀ। ਮਹਾਰਾਜ ਕਹਿੰਦੇ ਸਭੈ ਘਟ, ਸਭੈ ਦਾ ਮਤਲਬ ਸਾਰੀ ਸ੍ਰਿਸ਼ਟੀ ਦੇ ਵਿੱਚ, ਸਾਰੀ ਸ੍ਰਿਸ਼ਟੀ ਦੇ ਵਿੱਚ ਖੰਡ ਪਤਾਲ ਵੀ ਆ ਗਏ। ਜੰਤ ਨਹੀਂ ਆਏ, ਇਹ ਵੀ ਜੰਤ ਆ। ਨਾਮ ਕੇ ਤਾਰੇ ਸਗਲੇ ਜੰਤ, ਸਗਲੇ ਜੰਤ ਦੇ ਵਿੱਚ ਹਰ ਇੱਕ ਚੀਜ਼ ਆ ਗਈ, ਹਰ ਇੱਕ ਚੀਜ਼ ਆ ਗਈ। ਚਾਰੋਂ ਖਾਣੀਆਂ ਆ ਗਈਆਂ। ਚਾਰੋਂ ਖਾਣੀਆਂ ਦੇ ਵਿੱਚ ਕਿੰਨੇ ਕੁ ਜੀਵ ਹੋਣਗੇ? ਚਾਰੋਂ ਖਾਣੀਆਂ ਦੇ ਵਿੱਚ ਕਿਤਨੇ ਕੁ ਜੀਵ ਹੋਣਗੇ? ਉਹਨਾਂ ਦੇ ਸਾਰਿਆਂ ਦੇ ਘਟਾਂ ਦੇ ਵਿੱਚ ਅਕਾਲ ਪੁਰਖ ਬੋਲ ਰਹੇ ਨੇ, ਅਕਾਲ ਪੁਰਖ ਬੋਲ ਰਹੇ ਨੇ। ਕਿੱਦਾਂ ਬੋਲ ਰਹੇ ਨੇ? ਨਾਮ ਦੇ ਰਾਹੀਂ। ਕਾਹਦੇ ਰਾਹੀਂ? ਨਾਮ ਰਾਹੀਂ। ਤੇ ਮਾਲਿਕ ਕਿੱਦਾਂ ਬੋਲਦੇ ਆ? ਨਾਮ ਰਾਹੀਂ। ਉਹ ਨਾਮ ਕਿੱਥੇ ਰੱਖਿਆ ਹੋਇਆ ਆ? ਸਾਰਿਆਂ ਦੇ ਵਿੱਚ। ਜਿਹੜਾ ਆਪਾਂ ਸ਼ਬਦ ਵਿਚਾਰਦੇ ਆ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਹੀਂ ਕੋਏ, ਨਾਨਕ ਹੁਕਮੈ ਜੈ ਬੁਝੈ ਤੈ ਹਉਮੈ ਕਹੇ ਨਾ ਕੋਏ। ਮਹਾਰਾਜ ਕਹਿ ਰਹੇ ਨੇ ਕਿ ਸਾਰਾ ਕੁਝ ਹੁਕਮ ਦੇ ਵਿੱਚ ਆ। ਹੁਣ ਆਪਾਂ ਕਰਮ ਤੇ ਜੁੜ ਗਏ ਨੇ, ਆਪਾਂ ਕਰਮ ਤੇ ਜੁੜ ਗਏ ਨੇ, ਤਾਂ ਆਪਾਂ ਕਰਮ ਨੂੰ ਮੂਹਰੇ ਰੱਖ ਕੇ ਕਹਿੰਦੇ ਵੀ ਸਾਰਾ ਕੁਝ ਹੁਕਮ 'ਚ ਹੀ ਹੋ ਰਿਹਾ ਆ। ਲੇਕਿਨ ਗੱਲ ਉੱਥੇ ਦੀ ਨਹੀਂ ਆ, ਗੱਲ ਉੱਥੇ ਦੀ ਨਹੀਂ ਆ। ਮਹਾਰਾਜ ਨੇ ਉਹ ਤੋਂ ਜਿੱਥੋਂ ਸ਼ੁਰੂਆਤ ਹੋਈ ਆ, ਉੱਥੇ ਦੀ ਗੱਲ ਕੀਤੀ ਆ। ਕੀ ਗੱਲ ਕੀਤੀ ਆ? ਮਹਾਰਾਜ ਕਹਿੰਦੇ ਨੇ ਸਾਰਾ ਕੁਝ ਹੁਕਮ ਦੇ ਵਿੱਚ ਕਿੱਦਾਂ ਹੋ ਰਿਹਾ ਆ? ਕਿਉਂਕਿ ਹੁਕਮ ਦੇ ਆਧਾਰ ਤੋਂ ਰੱਖਾ ਆ, ਹੁਕਮ ਦੇ ਉੱਪਰ ਰੱਖਾ। ਇਸ ਕਰਕੇ ਮਹਾਰਾਜ ਨੇ ਕਿਹਾ ਕਰਮ ਧਰਮ ਦੁਹੀ ਚੋਪੜ ਸਾਜੋ। ਧਰਮ ਕੀਆ ਮਾਲਿਕ, ਧਰਮ ਕੀਆ ਮਾਲਿਕ। ਔਰ ਮਾਲਿਕ ਜਨਤਾ ਦੇ ਵਿੱਚ, ਇਹ ਖੰਡ ਮੰਡਲ ਬ੍ਰਹਮੰਡਾਂ ਦੇ ਵਿੱਚ, ਜੀਵਾਂ ਦੇ ਵਿੱਚ, ਖਾਣੀਆਂ ਦੇ ਵਿੱਚ ਨਾਮ ਰੂਪ ਦੇ ਵਿੱਚ ਮੌਜੂਦ ਹੈ। ਕਿਹਦੇ ਵਿੱਚ ਮੌਜੂਦ ਹੈ? ਨਾਮ ਦੇ ਰੂਪ ਦੇ ਵਿੱਚ। ਤੇ ਇਸ ਕਰਕੇ ਸਾਰਾ ਕੁਝ ਕਿਹਦੇ ਵਿੱਚ ਚੱਲ ਰਿਹਾ ਆ? ਨਾਮ ਦੇ ਰੂਪ ਦੇ ਵਿੱਚ। ਤਾਂ ਏਕੋ ਨਾਮ ਹੁਕਮ ਹੈ। ਤੇ ਸਭ ਕੁਝ ਕਾਹਦੇ ਵਿੱਚ ਆ? ਹੁਕਮ ਦੇ ਵਿੱਚ। ਕਾਹਦੇ ਵਿੱਚ ਆ? ਹੁਕਮ ਦੇ ਵਿੱਚ। ਸਾਡੀ ਕਰਤੂਤ ਨੂੰ ਹੁਕਮ ਨਹੀਂ ਕਿਹਾ। ਕਰਤੂਤ ਦੇ ਵਿੱਚ ਤਾਂ ਲੇਖਾ ਜੋਖਾ ਬਣ ਜਾਂਦਾ, ਫਿਰ ਹੁਕਮ ਦੇ ਵਿੱਚ ਕਿੱਦਾਂ ਆ? ਉਹ ਹੁਕਮ ਦੇ ਵਿੱਚ ਕਿੱਦਾਂ ਹੋ ਗਿਆ? ਉਹਦੇ ਵਿੱਚ ਤਾਂ ਸਾਡਾ ਲੇਖਾ ਜੋਖਾ ਬਣ ਗਿਆ। ਹੁਕਮ ਦੇ ਵਿੱਚ ਲੇਖਾ ਜੋਖਾ ਨਹੀਂ ਬਣਦਾ, ਹੁਕਮ ਦੇ ਵਿੱਚ ਲੇਖਾ ਜੋਖਾ ਨਹੀਂ ਬਣਦਾ। ਇਸ ਕਰਕੇ ਜਦੋਂ ਆਪਾਂ ਕਹਿੰਦੇ ਵੀ ਇਹ ਵੀ ਹੋਣਾ ਹੁਕਮ 'ਚ ਥਾ, ਇਹ ਵੀ ਹੋਣਾ ਹੁਕਮ 'ਚ ਥਾ, ਨਹੀਂ, ਉਹ ਹੋਣਾ ਹੁਕਮ 'ਚ ਨਹੀਂ ਥਾ। ਉਹ ਖੇਡ ਆ, ਉਹ ਖੇਡ ਆ। ਹੁਕਮ ਦੇ ਵਿੱਚ ਸਭ ਚੀਜ਼ ਪਰੋਈ ਹੋਈ ਹੈ, ਹੁਕਮ ਦੇ ਵਿੱਚ ਸਭ ਚੀਜ਼ ਪਰੋਈ ਹੋਈ ਹੈ। ਇਸ ਕਰਕੇ ਕਹਿੰਦੇ ਵੀ ਸਾਰਾ ਕੁਝ ਹੁਕਮ 'ਚ ਹੋ ਰਿਹਾ ਆ। ਕਿਉਂਕਿ ਹੁਕਮ ਦੇ ਵਿੱਚ ਧਰਤੀ ਆ, ਹੁਕਮ ਦੇ ਵਿੱਚ ਆਪਾਂ ਆ, ਹੁਕਮ ਦੇ ਵਿੱਚ ਚੰਦ ਸੂਰਜ ਨੇ, ਤੇ ਹੁਕਮ ਦੇ ਵਿੱਚ ਪਤਾਲ ਆਕਾਸ਼ ਲੱਖਾਂ ਕਰੋੜਾਂ। ਮਹਾਰਾਜ ਕਹਿੰਦੇ ਸਭ ਕੁਝ ਹੁਕਮ ਦੇ ਵਿੱਚ ਆ, ਸਭ ਕੁਝ ਹੁਕਮ ਵਿੱਚ ਆ। ਤੇ ਆਪਾਂ ਕਹਿੰਦੇ ਵੀ ਸਾਰਾ ਕੁਝ ਹੁਕਮ ਦੇ ਵਿੱਚ ਆ, ਤੇ ਫਿਰ ਆਪਾਂ ਹੁਕਮ ਤੇ ਬਾਹਰ ਕਿਵੇਂ ਹੋ ਗਏ? ਇਹ ਬਹੁਤ ਡੂੰਘੀ ਪੁਆਇੰਟ ਆ। ਸਾਰੀ ਧਰਤੀ ਹੁਕਮ ਤੇ ਆ, ਸਾਰੇ ਖੰਡ ਮੰਡਲ ਬ੍ਰਹਮੰਡ ਹੁਕਮ ਤੇ ਆ, ਤੇ ਆਪਾਂ ਹੁਕਮ ਤੋਂ ਆਖੀ ਕਿਵੇਂ ਹੋਈ ਫਿਰ ਰਹੇ ਆ? ਆਪਾਂ ਤਾਂ ਹੁਕਮ ਤੋਂ, ਕਿਹੜੇ ਜੀਵ? ਜਿਹੜੇ ਨਾਮ ਦੇ ਰਾਹੀਂ ਜਾਗੇ ਨੇ, ਜਿਹੜੇ ਜਾਗ ਗਏ ਹੁਕਮ ਦੇ ਵਿੱਚ। ਇੱਥੋਂ ਖੇਲ ਬਣ ਗਈ। ਇੱਥੋਂ ਕੀ ਬਣ ਗਈ? ਖੇਲ। ਰੱਖਿਆ ਸਭ ਕੁਝ ਹੁਕਮ ਦੇ ਵਿੱਚ,
ਲੇਕਿਨ ਵਿੱਚ ਦੇ ਵਿੱਚ ਖੇਲ ਬਣਾ ਦੀ। ਜਿਹਨੂੰ ਮਹਾਰਾਜ ਨੇ ਕਿਹਾ शिव शक्ति आप उपाय के, ਅੱਗੇ ਸ਼ਬਦ ਆ, ਕੀ ਸ਼ਬਦ ਆ ਅੱਗੇ? शिव शक्ति के आपे हुक्म ਵਰਤਾਏ, ਕੁਛ ਏਦਾਂ, ਕਰਤਾ ਆਪੇ ਹੁਕਮ ਵਰਤਾਏ। ਕਰਤਾ ਆਪੇ ਹੁਕਮ ਵਰਤਾਏ। ਉਹ ਕਹਿੰਦੇ ਸ਼ਿਵ ਕਿਹਨੂੰ ਕਿਹਾ? ਨਾਮ ਨੂੰ। ਸ਼ਕਤੀ ਕਿਹਨੂੰ ਕਿਹਾ? ਮਾਇਆ। ਤੇ ਆਪ ਹੁਕਮ ਵਰਤਾਨ ਲਗਾ, ਖੇਲ ਬਣਾ ਦੀ। ਕੀ ਬਣਾ ਦੀ? ਖੇਲ ਬਣਾ ਦੀ। ਮਹਾਰਾਜ ਦੱਸਣ ਲਗੇ ਗੁਰਬਾਣੀ ਗੁਰੂ ਦੇ ਵਿੱਚ, ਕਹਿੰਦੇ ਵੀ ਇਹ ਖੇਲ ਸਾਰੀ ਉਹਨੇ ਸ਼ਿਵ ਨੂੰ ਤੇ ਸ਼ਕਤੀ ਨੂੰ ਇਕੱਠੀ ਕਰਕੇ ਬਣਾਈ ਹੈ। ਸ਼ਿਵ ਨੂੰ ਤੇ ਸ਼ਕਤੀ ਨੂੰ ਇਕੱਠੀ ਕਰਕੇ ਬਣਾਈ ਹੈ। ਮਾਇਆ ਨੂੰ ਤੇ ਨਾਮ ਨੂੰ ਇਕੱਠੀ ਕਰਕੇ ਬਣਾਈ ਹੈ ਖੇਲ। ਇਹ ਨਾ, ਇਹਦੇ ਇਲਾਕੇ ਦੋ ਨੇ, ਇਹਦੇ ਇਲਾਕੇ ਦੋ ਨੇ। ਜਿਹੜੇ ਇਲਾਕੇ ਦੇ ਵਿੱਚ ਪੌਣ ਚਲਦੀ ਆ, ਜਿਹੜੇ ਇਲਾਕੇ ਦੇ ਵਿੱਚ ਪੌਣ ਚਲਦੀ ਆ, ਉਹ ਲੋਕ ਆ, ਉਹ ਲੋਕ ਆ। ਉੱਥੇ ਮਨ ਹੁਕਮ ਤੋਂ ਬਾਹਰ ਹੁੰਦਾ ਆ, ਉੱਥੇ ਮਨ ਹੁਕਮ ਤੋਂ ਬਾਹਰ ਹੁੰਦਾ ਆ। ਜਿਹੜਾ ਦਸਮ ਦੁਆਰ ਤੋਂ ਥੱਲੇ ਦਾ ਏਰੀਆ ਆ, ਦਸਮ ਦੁਆਰ ਤੋਂ ਥੱਲੇ ਦਾ ਏਰੀਆ, ਉਹ ਹੁਕਮ ਤੋਂ ਬਾਹਰ ਦਾ ਏਰੀਆ ਹੋ ਗਿਆ। ਉਹ ਕਾਹਦਾ ਏਰੀਆ ਹੋ ਗਿਆ? ਹੁਕਮ ਤੋਂ ਬਾਹਰ ਦਾ। ਇਹਦਾ ਮਤਲਬ ਹੁਕਮ ਕਿੱਥੇ ਰੱਖਿਆ ਹੋਇਆ ਆ? ਦਸਮ ਦੁਆਰ ਦੇ ਵਿੱਚ ਹੈ। ਸਾਰਾ ਕੁਝ ਹੁਕਮ ਦੇ ਵਿੱਚ, ਸਾਰਾ ਕੁਝ ਹੁਕਮ ਦੇ ਵਿੱਚ ਆ। ਲੇਕਿਨ ਜਿੱਥੇ ਮਨ ਪੌਣ ਦੇ ਨਾਲ ਰਲ ਗਿਆ, ਹੁਕਮ ਦੇ ਬਾਹਰ ਹੋ ਗਿਆ, ਹੁਕਮ ਤੋਂ ਬਾਹਰ। ਇਸ ਕਰਕੇ ਇੱਥੋਂ ਖੇਲ ਚੱਲ ਪਈ, ਇੱਥੇ ਖੇਲ ਚੱਲ ਪਈ। ਉਦਾਂ ਮਹਾਰਾਜ ਦੱਸ ਰਹੇ ਨੇ ਕਿ ਸਾਰਾ ਕੁਝ ਹੁਕਮ ਦੇ ਵਿੱਚ ਆ, ਸਾਰਾ ਕੁਝ ਹੁਕਮ ਦੇ ਵਿੱਚ ਆ। ਲੇਕਿਨ ਮਨ ਹੁਕਮ ਤੋਂ ਬਾਹਰ ਕਿੱਥੋਂ ਗਿਆ? ਮਨ ਹੁਕਮ ਤੋਂ ਬਾਹਰ ਕਿੱਥੇ ਗਿਆ? ਮਹਾਰਾਜ ਕਹਿੰਦੇ ਵੀ ਘਟ ਘਟ ਦੇ ਅੰਤਰ ਮਾਲਿਕ ਆ। ਮਹਾਰਾਜ ਕਹਿੰਦੇ ਗੁਰਬਾਣੀ ਦੇ ਵਿੱਚ ਸ਼ਬਦ ਆ, ਤੂੰ ਘਟ ਘਟ ਏਕੋ ਪੁਰਖ ਸਮਾਣਾ, ਹਰ ਏਕੋ ਪੁਰਖ ਸਮਾਣਾ। ਇਹ ਵੀ ਸ਼ਬਦ ਆ। ਸਭ ਜੋਤ ਤੇਰੀ, ਹਾਂਜੀ ਗੁਰਮੁਖ ਪਿਆਰੋ ਭਾਈ ਸਾਹਿਬ ਸਿੰਗਾਰਾ ਸਿੰਘ ਜੀ ਸ਼ਬਦ ਪੜਿਓ ਜੀ। ਆ ਸਭ ਜੋਤ ਤੇਰੀ, ਏਦਾਂ ਸ਼ਬਦ ਆਇਆ। ਸਭ ਜੋਤ ਤੇਰੀ ਜਗ ਜੀਵਨ, ਜਗਤ ਦਾ ਜੀਵਨ, ਸਭ ਜੋਤ ਤੇਰੀ ਜਗ ਜੀਵਨ, ਹਰ ਘਟ ਘਟ ਪੁਰਖ ਨਿਰੰਜਨ, ਹਰ ਘਟ ਘਟ ਪੁਰਖ ਨਿਰੰਜਨਾ। ਇਹ ਜਿਹੜਾ ਆਪਾਂ, ਹਾਂਜੀ ਵਾਹਿਗੁਰੂ, ਇਹ ਜਿਹੜਾ ਆਪਾਂ ਸ਼ਬਦ ਵਿਚਾਰਦੇ ਆ, ਆਪਾਂ ਨੂੰ ਇਹ ਸ਼ਬਦ ਇੱਥੇ ਮਹਾਰਾਜ ਕੀ ਦੱਸ ਰਹੇ ਨੇ ਗੁਰਬਾਣੀ ਦੇ ਵਿੱਚ? ਆਪਾਂ ਨੂੰ ਦੱਸਦਾ ਕਿ ਸਾਰਿਆਂ ਦੇ ਵਿੱਚ ਜੋਤ ਤੇਰੀ ਆ, ਸਾਰਿਆਂ ਦੇ ਵਿੱਚ ਜੋਤ ਤੇਰੀ ਆ, ਤੇ ਤੂੰ ਘਟ ਘਟ ਦੇ ਵਿੱਚ ਵੀ ਮੌਜੂਦ ਆ, ਤੂੰ ਘਟ ਘਟ ਦੇ ਵਿੱਚ ਵੀ ਮੌਜੂਦ ਆ। ਸਭ ਦੇ ਵਿੱਚ ਜਿਹੜੀ ਜੋਤ ਆ ਮਾਲਿਕ ਦੀ, ਉਹ ਇਹ ਮਨ ਬਿਠਾਇਆ ਮਾਲਿਕ ਨੇ। ਕੀ ਬਿਠਾਇਆ? ਮਨ। ਲੇਕਿਨ ਮਾਲਿਕ ਘਟਾ ਦੇ ਵਿੱਚ ਵੀ ਬੈਠੇ ਨੇ, ਘਟਾ ਦੇ ਵਿੱਚ ਵੀ ਬੈਠੇ ਨੇ। ਮਨ ਨੂੰ ਜੋਤ ਦਾ ਰੂਪ ਦਿੱਤਾ, ਮਾਲਿਕ ਦੇ ਵਿੱਚ ਤੇ ਹੀ ਮਨ ਵੀ ਨਿਕਲਿਆ ਆ, ਮਨ ਵੀ ਨਿਕਲਿਆ ਆ। ਉਸ ਤੋਂ ਅੱਗੇ ਮਾਲਿਕ ਆਤਮਾ ਰਾਮ ਦੇ ਰੂਪ ਦੇ ਵਿੱਚ, ਸ਼ਿਵ ਦੇ ਰੂਪ ਦੇ ਵਿੱਚ ਦਸਮ ਦੁਆਰ ਦੇ ਵਿੱਚ ਬੈਠੇ ਨੇ। ਕਿੱਥੇ ਬੈਠੇ ਨੇ? ਦਸਮ ਦੁਆਰ। ਸਾਲੇ ਵਿੱਚ ਮਾਲਿਕ ਕਿੱਥੇ ਨੇ? ਦਸਮ ਦੁਆਰ ਦੇ ਵਿੱਚ। ਕਿਸ ਰੂਪ ਦੇ ਵਿੱਚ ਨੇ? ਨਾਮ ਰੂਪ ਦੇ ਵਿੱਚ, ਆਤਮਾ ਰਾਮ ਰੂਪ ਦੇ ਵਿੱਚ, ਹਰ ਦੀ ਕਥਾ ਦੇ ਰੂਪ ਦੇ ਵਿੱਚ। ਕਿੱਥੇ ਬੈਠੇ ਨੇ? ਦਰ ਤੇ। ਕਿੱਥੋਂ? ਦਸਮ ਦੁਆਰ ਤੋਂ। ਇਸ ਕਰਕੇ 9 ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਹਾ। ਉਹ ਕਹਿੰਦੇ ਦਸਵਾਂ ਗੁਪਤ ਆ, ਦਸਵਾਂ ਗੁਪਤ ਆ। ਦਸਵਾਂ ਗੁਪਤ ਕਿਉਂ ਆ? ਉਹਦੇ ਵਿੱਚ ਮਾਲਿਕ ਬੈਠੇ ਨੇ, ਉਹਦੇ ਵਿੱਚ ਮਾਲਿਕ ਬੈਠੇ ਨੇ। ਕਿਸ ਰੂਪ ਦੇ ਵਿੱਚ ਨੇ? ਉਹ ਘਟ ਆ। ਉਹ ਕੀ ਆ? ਉਹ ਘਟ ਆ। ਉਹ ਕਹਿੰਦੇ ਤੂੰ ਘਟ ਘਟ ਅੰਤਰ ਸਰਬ ਨਿਰੰਤਰ, ਘਟ ਅੰਤਰ ਸਰਬ ਨਿਰੰਤਰ, ਹਰ ਏਕੋ ਪੁਰਖ ਸਮਾਣਾ। ਕਹਿੰਦੇ ਵੀ ਉਹ ਘਟ ਘਟ ਦੇ ਵਿੱਚ, ਇਹ ਦਸਮ ਦੁਆਰ ਦੇ ਇਲਾਕੇ ਦੇ ਵਿੱਚ ਮਾਲਿਕ ਬੈਠੇ ਨੇ। ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਈ, ਸਭ ਮੈਂ ਜੋਤ, ਜੋਤ ਹੈ ਸੋਈ, ਤਿਸ ਕੈ ਚਾਨਣ ਸਭ ਮੈਂ ਚਾਨਣ ਹੋਈ। ਹੁਣ ਮਾਲਿਕ ਦਸਮ ਦੁਆਰ ਦੇ ਵਿੱਚ ਨਾਮ ਰੂਪ ਦੇ ਵਿੱਚ ਬੋਲ ਰਹੇ ਨੇ। ਕਿੱਥੇ ਬੋਲ ਰਹੇ ਨੇ? ਨਾਮ ਰੂਪ ਦੇ ਵਿੱਚ। ਇਹਨੂੰ ਬੋਲਦੇ ਨੇ ਮਹਾਰਾਜ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰੇ, ਰਾਮ ਬਿਨਾ ਕੋ ਬੋਲੇ ਰੇ। ਕਹਿੰਦੇ ਸਾਰਿਆਂ ਦੇ ਘਟਾਂ ਦੇ ਵਿੱਚ ਮਾਲਿਕ ਆਪ ਬੋਲ ਰਹੇ ਨੇ, ਉੱਤਮ ਕਥਾ ਕਰ ਰਹੇ ਨੇ। ਜਿਹੜੇ ਪੰਜਵੇਂ ਪਾਤਸ਼ਾਹ ਜੀ ਦੱਸ ਰਹੇ ਨੇ ਸਭ ਤੋਂ ਉੱਤਮ ਹਰ ਕੀ ਕਥਾ, ਤੇ ਕਥਾ ਕੌਣ ਕਰ ਰਹੇ ਨੇ? ਮਾਲਿਕ। ਤੇ ਮਾਲਿਕ ਕਿੱਦਾਂ ਬੋਲ ਰਹੇ ਨੇ?
ਨਾਮ ਦੇ ਰਾਹੀ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ। ਇਹ ਕਲੀਅਰ ਕਰਤਾ ਮਹਾਰਾਜ ਨੇ ਕਿ ਮਾਲਿਕ ਨਾਮ ਦੇ ਰਾਹੀ ਬੋਲ ਰਹੇ ਨੇ। ਕਿਹਦੇ ਰਾਹੀ? ਨਾਮ ਦੇ ਰਾਹੀ। ਮਨ ਥੱਲੇ ਨੇਤਰਾਂ ਦੇ ਵਿੱਚ ਆ। ਕਿੱਥੋਂ ਆ? ਨੇਤਰਾਂ ਦੇ ਵਿੱਚ। ਮਨ ਕੀ ਆ? ਮਹਾਰਾਜ ਕਹਿੰਦੇ ਜੋਤ। ਮਨ ਕੀ ਆ? ਜੋਤ। ਇਹਨੂੰ ਕਹਿੰਦੇ ਨੇ ਸਭ ਮੈਂ ਜੋਤ, ਜੋਤ ਹੈ ਸੋਈ ਤਿਸ ਕੈ ਚਾਨਣ ਸਭ ਮੈਂ ਚਾਨਣ ਹੋਈ। ਇਥੋਂ ਮਨ ਵੀ ਮਾਲਿਕ ਦਾ ਹੀ ਬੱਚਾ ਆ। ਕੀ ਆ? ਮਾਲਿਕ ਦਾ ਬੱਚਾ ਆ ਔਰ ਮਾਲਿਕ ਦਾ ਹੀ ਰੂਪ ਆ। ਕੀ ਆ? ਮਾਲਿਕ ਦਾ ਹੀ ਰੂਪ ਆ। ਲੇਕਿਨ ਹੁਕਮ ਤੋਂ ਬਾਹਰ ਹੁੰਦੇ ਹੀ ਸਾਰ, ਮਾਲਿਕ ਦੇ ਹੁਕਮ ਤੋਂ ਬਾਹਰ ਹੁੰਦੇ ਹੀ ਸਾਰ ਮਾਲਿਕ ਦਾ ਰੂਪ ਨਹੀਂ ਰਿਹਾ। ਕਿਉਂ? ਕਿਉਂਕਿ ਨਾਮ ਦੇ ਨਾਲੋਂ ਟੁੱਟ ਗਿਆ। ਕੀ ਟੁੱਟ ਗਿਆ? ਨਾਮ ਦੇ ਨਾਲੋਂ ਟੁੱਟ ਗਿਆ। ਤੇ ਕੀ ਬਣ ਗਿਆ ਫਿਰ ਇਹਦਾ? ਲੇਖਾ ਜੋਖਾ। ਫਿਰ ਜੋ ਇਹ ਕਰੂਗਾ ਇਹਦਾ, ਜਿੱਦਾਂ ਕਿ ਇੱਕ ਘਰ ਹੈ, ਇੱਕ ਘਰ ਹੈ, ਉਹ ਘਰ ਦਾ ਜੋ ਮੇਨ ਲਾ ਲਓ, ਕੋਈ ਇਦਾਂ ਦਾ ਲਗਾ ਲਓ, ਮੇਨ ਬੈਠਣ ਉੱਠਣ ਦੀ ਜਿਹੜੀ ਜਗ੍ਹਾ ਆ, ਮੇਨ ਜਿਹੜੀ ਜਗ੍ਹਾ ਆ ਉਹ ਦਸਮ ਦੁਆਰ ਆ। ਆਪਦੇ ਘਰ ਦੇ ਵਿੱਚ ਲਾ ਲਓ ਮੇਨ ਇੱਕ ਜਗ੍ਹਾ ਏਦਾਂ ਦੀ ਆ, ਉੱਥੇ ਪਿਓ ਤੇ ਪੁੱਤ ਇਕੱਠੇ ਬੈਠਦੇ ਨੇ। ਲੇਕਿਨ ਕਿਸੇ ਗੱਲ ਬਸ ਉਹਨਾਂ ਨੂੰ ਜਦੋਂ ਪੁੱਤ ਆ ਗਿਆ ਤੇ ਉਹਨੂੰ ਵੱਖਰਾ ਰਕਬਾ ਦੇ ਦਿੱਤਾ ਗਿਆ। ਕੀ ਦੇ ਦਿੱਤਾ ਗਿਆ? ਵੱਖਰਾ। ਤੇ ਉਹ ਨਿਆਰੇ ਨਿਆਰੇ ਹੋ ਗਏ। ਉਹ ਕੀ ਹੋ ਗਏ? ਨਿਆਰੇ ਨਿਆਰੇ ਹੋ ਗਏ। ਉਹ 9 ਦਰਾਂ ਦੇ ਥੱਲੇ ਦਾ ਜਿਹੜਾ ਰਕਬਾ ਹੋ ਗਿਆ ਉਹ ਮਨ ਨੂੰ ਦੇ ਦਿਆ ਗਿਆ। ਮਨ ਨੂੰ ਦੇ ਦਿਆ ਗਿਆ। ਉਹ ਰਿਆਸਤ ਮਨ ਨੂੰ ਦੇ ਦਿੱਤੀ ਗਈ। ਜਿਹਨੂੰ ਖੇਤ ਕਿਹਾ, ਜਿਹਨੂੰ ਗੜ ਕਿਹਾ, ਜਿਹਨੂੰ ਕਿਲਾ ਕਿਹਾ, ਜਿਹਨੂੰ ਦੇਸ਼ ਕਿਹਾ, ਉਹ ਰਕਬਾ ਮਾਲਿਕ ਨੇ ਮਨ ਨੂੰ ਦੇ ਦਿੱਤਾ। ਕਿਹਨੂੰ ਦੇ ਦਿੱਤਾ? ਮਨ ਨੂੰ ਦੇ ਦਿੱਤਾ। ਤੇ ਦੋਨੋਂ ਉੱਥੇ ਕਹਿੰਦੇ ਮਹਾਰਾਜ ਪਿਓ ਤੇ ਪੁੱਤ ਇੱਕ ਹੀ ਘਰ ਦੇ ਵਿੱਚ ਰਹਿੰਦੇ ਨੇ, ਲੇਕਿਨ ਗੱਲਬਾਤ ਹੋਣੀ ਬੰਦ ਹੋ ਗਈ। ਗੱਲਬਾਤ ਹੋਣੀ ਬੰਦ ਹੋ ਗਈ। ਮਨ ਨੇ ਆਪ ਦਾ ਘਰ ਪਰਿਵਾਰ, ਆਪ ਦੀ ਗ੍ਰਸਤੀ ਵੱਖਰੀ ਬਣਾ ਲਈ। ਕੀ ਬਣਾ ਲਈ? ਵੱਖਰੀ ਬਣਾ ਲਈ। ਉਹ ਥੱਲੇ 9 ਦਰਾਂ ਤੋਂ ਆ ਕੇ ਰਹਿਣਾ ਸ਼ੁਰੂ ਕਰਤਾ। 9 ਦਰਾਂ ਤੇ ਸ਼ੁਰੂ ਕਰਤਾ। ਮਾਲਿਕ ਦੇ ਨਾਲ ਆਪ ਦੀ ਕੰਧ ਖੜੀ ਕਰ ਲਈ। ਮਾਲਿਕ ਦੇ ਨਾਲ ਆਪਣੀ ਕੰਧ ਖੜੀ ਕਰ ਲਈ। ਮਾਲਿਕ ਨੂੰ ਬੁਲਾਣਾ ਬੰਦ ਕਰਤਾ। ਮਾਲਿਕ ਨੂੰ ਕੰਟੀਨਿਊ ਲਗਾਤਾਰ ਬੁਲਾ ਰਹੇ ਨੇ, ਕਿਉਂਕਿ ਮਾਲਿਕ ਕभी ਸੌਂਦੇ ਨਹੀਂ। ਮਾਲਿਕ ਬੁਲਾ ਰਹੇ ਨੇ, ਲੇਕਿਨ ਉਹਨੇ ਘਰ ਜਾਣਾ ਬੰਦ ਕਰਤਾ। ਵਿੱਚ ਦੇ ਵਿੱਚ ਉਸੇ ਹੀ ਘਰ ਦੇ ਵਿੱਚ ਇੱਕ ਕੂੜ ਦੀ ਪਾਲ ਬੰਦੇ ਹੋਇਆ ਵਿਚਾਰਾਂ ਦੀ ਇੱਕ ਬੱਜਰ ਕਪਾਟ ਰੂਪੀ ਦੀਵਾਰ ਖੜ ਗਈ, ਜਿਹਦੇ ਵਿੱਚ ਕਿ ਦੋਨੋਂ ਨਿਆਰੇ ਨਿਆਰੇ ਹੋ ਗਏ। ਘਰ ਇੱਕ ਹੀ ਆ। ਘਰ ਇੱਕ ਹੀ ਹੈ। ਮਾਲਿਕ ਉਧਰ ਬੋਲਦੇ ਰਹੇ, ਮਨ ਨੂੰ ਏਦਾਂ ਦੀ ਉਹਨੇ ਦੀਵਾਰ ਤਿਆਰ ਕੀਤੀ ਕਿ ਮਾਲਿਕ ਦੀ ਉਧਰੋਂ ਆਵਾਜ਼ ਆਣੀ ਬੰਦ ਹੋ ਗਈ। ਇੱਥੋਂ ਦੋਨੋਂ ਕੀ ਹੋ ਗਏ? ਨਿਆਰੇ ਹੋ ਗਏ। ਘਰ ਇੱਕ ਹੀ ਹੈ। ਘਰ ਇੱਕ ਹੀ ਹੈ। ਉਸ ਕੰਧ ਤੇ ਜੋ ਦੂਜੇ ਪਾਸੇ ਦਾ ਏਰੀਆ ਆ, ਜਿਹਨੂੰ ਦਸਮ ਦੁਆਰ ਕਿਹਾ, ਉੱਥੋਂ ਮਾਲਿਕ ਨਿਰੰਤਰ ਬੈਠੇ ਨੇ। ਉਹਨੂੰ ਕਿਹਾ ਘਟ। ਉਹਨੂੰ ਕਿਹਾ ਘਟ। ਉੱਥੇ ਉਸ ਘਟ ਦੇ ਵਿੱਚ ਮਾਲਿਕ ਬੈਠੇ ਨੇ। ਉਹੀ ਮਾਲਿਕ ਦਾ ਬਿਲਕੁਲ ਸੇਮ ਉਹੀ ਪ੍ਰਕਾਸ਼ ਰੂਪ ਤੱਤਾਂ ਦੇ ਨਿਕਲੀ ਹੋਈ ਜੋਤ ਉਹ ਨੇਤਰਾਂ ਦੇ ਵਿੱਚ ਆ ਕੇ ਥੱਲੇ ਦੂਜੇ ਰਕਬੇ ਦੇ ਵਿੱਚ ਬਹਿ ਗਈ। ਦੂਜੇ ਰਕਬੇ ਦੇ ਵਿੱਚ ਬਹਿ ਗਈ। ਤੇ ਇੱਕ ਹੀ ਘਰ ਦੇ ਵਿੱਚ ਹੁੰਦਿਆਂ ਹੋਇਆਂ ਇੱਕ ਦੂਜੇ ਨੂੰ ਦੇਖਣਾ ਵੀ ਬੰਦ ਕਰਤਾ। ਮਾਲਿਕ ਦੇਖ ਰਹੇ ਨੇ, ਕਿਉਂਕਿ ਮਾਲਿਕ ਦੇਖ ਰਹੇ ਨੇ, ਕਿਉਂਕਿ ਮਾਲਿਕ ਦੇ ਲਈ ਕੋਈ ਪਰਦਾ ਨਹੀਂ ਹੈ। ਮਨ ਨੇ ਆਪ ਦੀ ਕੰਧ ਖੜੀ ਕਰ ਲਈ। ਮਾਲਿਕ ਨੂੰ ਦੇਖਣਾ ਬੰਦ ਕਰਤਾ, ਮਾਲਿਕ ਨੂੰ ਸੁਣਨਾ ਬੰਦ ਕਰਤਾ। ਇਹ ਖੇਲ ਬਣ ਗਈ। ਇਹ ਕੀ ਬਣ ਗਈ? ਖੇਲ। ਕਹਿੰਦੇ ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਮਾਇਆ ਵਿੱਚ ਖੜ ਗਈ। ਮਾਇਆ ਵਿੱਚ ਖੜ ਗਈ। ਉੱਥੋਂ ਜਿੱਦਾਂ ਜਪਜੀ ਸਾਹਿਬ ਜੀ ਦੇ ਵਿੱਚ ਆਪਾਂ ਪੁੱਛਦੇ ਆ, ਕਹਿੰਦੇ ਕਿ ਕੂੜਾ ਟੁੱਟੇ ਪਾਲ, ਕਿ ਕੂੜਾ ਟੁੱਟੇ ਪਾਲ, ਕਿ ਸਚਿਆਰਾ ਹੋਈ ਹੈ, ਕਿ ਕੂੜਾ ਟੁੱਟੇ ਪਾਲ। ਫਿਰ ਮਹਾਰਾਜ ਕਹਿੰਦੇ ਹੁਕਮ ਰਜਾਈ ਚੱਲਣਾ। ਕਹਿੰਦੇ ਵੀ ਦੁਬਾਰਾ ਦਸਮ ਦੁਆਰ ਚ ਹੁਕਮ ਚ ਆ ਜਾ ਤੇ ਕੂੜ ਦੀ ਪਾਲ ਤੇਰੀ ਟੁੱਟ ਜਾਊਗੀ। ਫਿਰ ਦੋਨਾਂ ਦਾ ਘਰ ਇੱਕ ਹੋ ਜਾਊਗਾ। ਦੋਨਾਂ ਦਾ ਘਰ ਇੱਕ ਹੋ ਜਾਊਗਾ। ਜਿਹੜਾ ਮਾਲਿਕ ਦਾ ਆਪ ਦਾ ਘਰ ਆ, ਉਹੀ ਤੇਰਾ ਘਰ ਹੈ। ਤੈਨੇ ਕੰਧ ਖੜੀ ਕੀਤੀ ਆ, ਤੂੰ ਕੰਧ ਤੋੜ ਦੇ। ਆਪਾਂ ਦੋਨੋਂ ਤਾਂ ਪਹਿਲੇ ਤੇ ਹੀ ਇਕੱਠੇ ਆ। ਮੈਂ ਤਾਂ ਕੰਧ ਖੜੀ ਕੀਤੀ ਨਹੀਂ। ਤੂੰ ਜਾ ਕੇ ਵਾਪਸ ਨਹੀਂ ਮੁੜਿਆ। ਤੂੰ ਵਾਪਸ ਨਹੀਂ ਮੁੜਿਆ। ਤੈਨੇ ਦੀਵਾਰ ਬਣਾ ਲਈ ਤੇ ਤੂੰ ਦੂਜੇ ਪਾਸੇ ਤੈਨੇ ਘਰ ਵੀ ਵਸਾ ਲਿਆ। ਤੈਨੇ ਮੇਰੀ ਬਗੈਰ ਮਰਜ਼ੀ ਤੋਂ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਅਹੰਕਾਰ ਕਰਦੇ ਹੋਇਆ ਆਪਦੀ ਗ੍ਰਸਤੀ ਵਸਾ ਲਈ।
ਮੇਰੀ ਗ੍ਰਸਤੀ ਤੇ ਬਾਹਰ ਹੋ ਗਿਆ, ਮੇਰੀ ਗ੍ਰਸਤੀ ਤੇ ਬਾਹਰ ਹੋ ਗਿਆ, ਉੱਥੋਂ ਜਾ ਕੇ ਆਪਣਾ ਪਰਿਵਾਰ ਸਜਾ ਲਿਆ, ਉੱਥੋਂ ਜਾ ਕੇ ਆਪਣਾ ਪਰਿਵਾਰ ਸਜਾ ਲਿਆ। ਤੂੰ ਵੱਖਰੇ ਦੇਸ਼ ਦਾ ਵਾਸੀ ਹੋ ਗਿਆ, ਮੈਂ ਵੱਖਰੇ ਦੇਸ਼ ਦਾ ਵਾਸੀ ਹਾਂ। ਮਾਲਿਕ ਸੱਚਖੰਡ ਦੇ ਵਾਸੀ ਨੇ, ਮਨ ਲੋਕ ਦਾ ਵਾਸੀ ਹੋ ਗਿਆ। ਇਸ ਕਰਕੇ ਦੋਨਾਂ ਦੇ ਮਾਲਿਕ ਦਾ ਜਿਹੜਾ ਵਿਚਰਨ ਦਾ ਮਾਲਿਕ ਦਾ ਜੋ ਗੁਣ ਹੈ, ਜਿੱਦਾਂ ਲਾ ਲਓ, ਕਿਉਂਕਿ ਵਿਚਰਦਾ ਤਾਂ ਉਹ ਆ ਜਿਹੜਾ ਕਿ ਲੋਕ ਤ੍ਰਿਲੋਕੀ ਦੇ ਵਿੱਚ ਆਂਦਾ ਹੋ, ਲੇਕਿਨ ਮਾਲਿਕ ਦੇ ਜੋ ਗੁਣ ਨੇ ਉਹ ਵੱਖਰੇ ਨੇ। ਮਨ ਦੇ ਇਹ ਕਾਲ ਦੇ ਇਲਾਕੇ ਦੇ ਵਿੱਚ ਲੈ ਜੋ ਉਹਨੇ ਇਹਨਾਂ ਦੀ ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਅਹੰਕਾਰ ਦੀ ਜੋ ਵਿਚਰਨ ਦੀ ਇੱਕ ਵਿਧੀ ਆ, ਇੱਕ ਤਰੀਕਾ ਆ, ਇੱਕ ਢੰਗ ਆ, ਉਹ ਅਪਣਾ ਲਿਆ, ਉਹ ਅਪਣਾ ਲਿਆ। ਇਸ ਕਰਕੇ ਇਹਨੂੰ ਮਾਲਿਕ ਨੇ ਸੁੱਟਤਾ, ਇਹਨੂੰ ਮਾਲਿਕ ਨੇ ਸੁੱਟ ਦਿਆ। ਸਭ ਤੋਂ ਪਹਿਲਾਂ ਤਾਂ ਇਹ ਮਾਲਿਕ ਦੇ ਹੁਕਮ ਤੋਂ ਬਾਹਰ ਹੋ ਗਿਆ, ਇਹ ਮਾਲਿਕ ਦੇ ਹੁਕਮ ਤੋਂ ਬਾਹਰ ਹੋ ਗਿਆ। ਦੂਜੀ ਗੱਲ ਕਿ ਮਾਲਿਕ ਦੇ ਹੁਕਮ ਤੋਂ ਹੋਣ ਤੋਂ ਬਾਅਦ ਇਹਨੇ ਆ ਕੇ ਇੱਧਰ ਕਰਮ ਵੀ ਏਦਾਂ ਦੇ ਕਰ ਲਈਏ ਜਿਹੜੇ ਮਾਲਿਕ ਨੂੰ ਬਿਲਕੁਲ ਚੰਗੇ ਨਹੀਂ ਲੱਗੇ, ਜਿਹੜੇ ਮਾਲਿਕ ਨੂੰ ਬਿਲਕੁਲ ਚੰਗੇ ਨਹੀਂ ਲੱਗੇ। ਇਹ ਕਾਮ ਦੇ ਨਾਲ ਰਲ ਗਿਆ, ਕ੍ਰੋਧ ਦੇ ਨਾਲ ਰਲ ਗਿਆ, ਲੋਭ ਦੇ ਨਾਲ ਰਲ ਗਿਆ, ਮੋਹ ਦੇ ਨਾਲ ਰਲ ਗਿਆ, ਹੰਕਾਰ ਦੇ ਨਾਲ ਰਲ ਗਿਆ। ਇਹਨਾਂ ਦੇ ਨਾਲ ਰਲਦੇ ਹੀ ਇੱਥੋਂ ਇਹਦਾ ਪਰਿਵਾਰ ਬਣ ਗਿਆ, ਇਹਦਾ ਪਰਿਵਾਰ ਬਣ ਗਿਆ। ਇੱਥੋਂ ਜਦੋਂ ਇਹਦਾ ਕਿਉਂਕਿ ਇਹਨੇ ਸੰਗ ਕੀਤਾ, ਉਹਨਾਂ ਦਾ ਇਹਨੇ ਸੰਗ ਕੀਤਾ, ਉੱਥੋਂ ਮਹਾਰਾਜ ਨੇ ਇਹਨੂੰ ਸੁਰਤ ਕਰਕੇ ਵੀ ਸਮਝਾਇਆ। ਕੀ ਕਰਕੇ? ਸੁਰਤ ਕਰਕੇ, ਕਿਉਂਕਿ ਇਹ ਸੁਰਤੀ ਮਾਲਿਕ ਦੀ ਘਰਵਾਲੀ ਸੀ ਤੇ ਮਾਲਿਕ ਕੰਤ ਗੁਰਬਾਣੀ ਦੇ ਵਿੱਚ ਖਸਮ ਵੀ ਮਾਲਿਕ ਨੂੰ ਕਿਹਾ, ਕੰਤ ਕਿਹਾ, ਪੁਰਖ ਕਿਹਾ, ਇੱਕ ਪੁਰਖ ਆ ਉਹ, ਹਨਾ, ਉਹਦੀ ਘਰਵਾਲੀ ਇਹ ਸੁਰਤ। ਲੇਕਿਨ ਇਹਨੇ ਆ ਕੇ ਇਹਨਾਂ ਦਾ ਸੰਗ ਕੀਤਾ, ਇਹਨਾਂ ਦਾ ਸੰਗ ਕੀਤਾ, ਮਾਲਿਕ ਦੇ ਹੁਕਮ ਤੋਂ ਬਾਹਰ ਹੋ ਗਈ। ਮਾਲਿਕ ਦੇ ਹੁਕਮ ਤੋਂ ਬਾਹਰ ਹੁੰਦੇ ਹੀ ਸਾਰ ਇਹਨੇ ਆਪਦਾ ਵੱਖਰਾ ਘਰ ਵਸਾ ਲਿਆ, ਆਪਣਾ ਘਰ ਵੱਖਰਾ ਵਸਾ ਲਿਆ। ਘਰ ਵੱਖਰਾ ਵਸਾ ਕੇ ਵਿੱਚ ਦੇ ਵਿੱਚ ਆਪ ਦੇ ਤੇ ਮਾਲਿਕ ਦੇ ਘਰ ਦੇ ਵਿੱਚ ਦੀਵਾਰ ਕਰ ਲਈ। ਕੀ ਕਰ ਲਈ? ਮਾਲਿਕ ਤੋਂ ਨਿਆਰੀ ਹੋ ਗਈ, ਮਾਲਿਕ ਤੋਂ ਨਿਆਰੀ ਹੋ ਗਈ। ਇਹਨਾਂ ਦੇ ਨਾਲ ਰਹਿਣ ਲੱਗੀ, ਇਹਨੂੰ ਚਾਅ ਚੜ ਗਿਆ, ਇਹਨੂੰ ਚਾਅ ਚੜ ਗਿਆ। ਉਹਨਾਂ ਨੇ ਇਹਨੂੰ ਏਦਾਂ ਦੇ ਤਰ੍ਹਾਂ ਦੇ ਪਦਾਰਥ ਦਿਖਾਏ, ਚੀਜ਼ਾਂ ਦਿਖਾਈਆਂ, ਇਹ ਉਹਨਾਂ ਦੇ ਪਿੱਛੇ ਦੌੜ ਗਈ। ਜਦੋਂ ਫਿਰ ਇਹ ਤੰਗ ਹੋਈ, ਇਹ ਦੁਖੀ ਹੋਈ, ਹੈਨਾ, ਫਿਰ ਇਹਨੇ ਜਿੱਦਾਂ ਸ਼ਬਦ ਪੜ੍ਹਦੇ ਆ, ਗੁਰੂ ਨਾਨਕ ਦੇਵ ਮਹਾਰਾਜ ਜੀ ਆਪਾਂ ਨੂੰ ਗਿਆਨ ਦੇ ਰਹੇ ਨੇ, ਕਹਿੰਦੇ ਕਰਮਹੀਨ ਧਨ ਕਰੇ ਬੇਨੰਤੀ, ਹੋ ਕਦ ਨਾਨਕ ਆਵੇ ਵਾਰੀ। ਫਿਰ ਕਹਿੰਦੀ ਵੀ ਇਹ ਤਾਂ ਦੁਖੀ ਹੋ ਗਈ। ਇਹ ਕੀ ਹੋ ਗਈ? ਦੁਖੀ ਹੋ ਗਈ। ਕਹਿੰਦੇ ਵੀ ਹੁਣ ਮੇਰੀ ਵਾਰੀ ਕਦੋਂ ਆਊਗੀ, ਮੈਂ ਕਦੋਂ ਮਿਲੂੰਗੀ? ਸਭੇ ਸੁਹਾਗਨ, ਉਹ ਕਹਿੰਦੇ ਸਾਰੀਆਂ ਸੁਹਾਗਨਾਂ ਰੰਗ ਮੰਨਦੀਆਂ ਨੇ, ਹੈਨਾ, ਕਿ ਮੇਰੀ ਤਾਂ ਕਦੀ ਵਾਰੀ ਨਹੀਂ ਆਂਦੀ, ਮੇਰੀ ਕਦੀ ਵਾਰੀ ਨਹੀਂ ਆਂਦੀ। ਮਾਲਿਕ ਮੈਨੂੰ ਕਦੀ ਮਿਲਣ ਨੂੰ ਬੁਲਾਉਂਦੇ ਨਹੀਂ, ਮੈਨੂੰ ਮਿਲਦੇ ਨਹੀਂ। ਤੇ ਮਾਲਿਕ ਨੇ ਅੱਗੋਂ ਨੂੰ ਜਵਾਬ ਦਿੱਤਾ, ਕਹਿੰਦੇ ਦੁਰਜਨ ਸੇਤੀ ਨਿਹੋ ਲਾਇਆ ਦਰਸ ਵਿਖਾਵੇਂ ਕਾਈ। ਕਹਿੰਦੀ ਤੈਨੂੰ ਅਸੀਂ ਕਿਵੇਂ ਮਿਲ ਲੈਵੇਂ, ਤੂੰ ਤਾਂ ਪਰਾਇਆਂ ਦੇ ਘਰ ਚ ਰਹਿਨੀ ਹੈ, ਤੈਨੇ ਵੱਖਰੀ ਗ੍ਰਸਤੀ ਵਸਾ ਲਈ, ਤੈਨੇ ਵੱਖਰਾ ਚੋਲਾ ਪਾ ਲਿਆ, ਵੱਖਰੇ ਤੈਨੇ ਢੰਗ ਵਰਤ ਲਏ, ਤੇ ਸਾਡੇ ਘਰ ਦੇ ਵਿੱਚ ਇਹ ਨਹੀਂ ਚੱਲਦਾ। ਤੇਰਾ ਬੋਲਣਾ, ਤੇਰਾ ਬਹਿਣਾ, ਤੇਰਾ ਲਿਵਾਜ ਜੋ ਮਾਲਿਕ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ। ਇਸ ਕਰਕੇ ਮਾਲਿਕ ਨੇ ਇਹਨੂੰ ਛੁੱਟਤਾ। ਮਤਲਬ ਸਭ ਤੋਂ ਪਹਿਲਾਂ ਤਾਂ ਮੇਰੇ ਕਹੇ ਮੁਤਾਬਿਕ ਨਹੀਂ ਚਲੀ, ਮੇਰੇ ਕਹੇ ਮੁਤਾਬਿਕ ਨਹੀਂ ਚਲੀ। ਇਹ ਬਹੁਤ ਡੂੰਘਾ ਪੁਆਇੰਟ ਹੈ ਗੁਰਮੁਖ, ਕਿ ਇੱਕ ਤਾਂ ਸੁਰਤ ਮਾਲਿਕ ਦੇ ਹੁਕਮ ਤੋਂ ਆਖੀ ਹੋ ਗਈ, ਮਾਲਿਕ ਦੇ ਹੁਕਮ ਤੋਂ ਆਖੀ ਹੋ ਗਈ। ਦੂਜੀ ਗੱਲ, ਇਹਨਾਂ ਦੇ ਲੜ ਲੱਗੇ, ਇਹਨੇ ਮਾਲਿਕ ਨੂੰ ਫਿੱਕੇ ਵਚਨ ਵੀ ਬੋਲੇ, ਇਹਨੇ ਫਿੱਕੇ ਵਚਨ ਵੀ ਬੋਲੇ ਇਹਨਾਂ ਦੇ ਕਹਿਣ ਤੋਂ, ਇਹਨਾਂ ਦੇ ਕਹਿਣ ਤੋਂ। ਜਿੱਦਾਂ ਇਹ ਕਹਿੰਦੇ ਰਹੇ, ਇਹ ਉਦਾਂ ਕਰਦੀ ਰਹੀ। ਇਹਨਾਂ ਕਰਕੇ ਇਹਨੇ ਮਾਲਿਕ ਦਾ ਸਿਫਤ ਸਲਾਹ ਦਾ ਦਿੱਤਾ ਹੋਇਆ ਕਪੜਾ ਵੀ ਉਤਾਰਦਾ, ਤੇ ਇਹਨਾਂ ਨੂੰ ਖੁਸ਼ ਕਰਨ ਵਾਸਤੇ ਮਾਇਆਵੀ ਲੀੜਾ, ਮਾਇਆਵੀ ਕਪੜਾ ਪਾ ਲਿਆ, ਹੈਨਾ। ਜਦੋਂ ਇਹ ਪੂਰੀ ਫਸ ਗਈ, ਤੇ ਇਹਨਾਂ ਨੇ ਇਹਨੂੰ ਤੰਗ ਕਰਨਾ ਸ਼ੁਰੂ ਕਰਤਾ, ਇਹਨਾਂ ਨੇ ਇਹਨੂੰ ਤੰਗ ਕਰਨਾ ਸ਼ੁਰੂ ਕਰਤਾ। ਫਿਰ ਇਹ ਇੱਥੋਂ ਦੁਹਾਗਨ ਕਿਹਾ, ਇਹਨੂੰ ਮਹਾਰਾਜ ਨੇ ਇਹਨੂੰ ਦੁਹਾਗਨ ਕਿਹਾ। ਫਿਰ ਇੱਥੋਂ ਬਰਾਗ ਕਰਨ ਲੱਗੀ, ਇੱਥੋਂ ਬਰਾਗ ਕਰਨ ਲੱਗੀ ਕਿ ਹੁਣ ਮੈਥੋਂ ਤਾਂ ਇਹ ਗਲਤੀ ਹੋ ਗਈ, ਮੈਥੋਂ ਇਹ ਗਲਤੀ ਹੋ ਗਈ। ਇੱਥੋਂ ਮਹਾਰਾਜ ਮਨ ਦੀ ਕਹਾਣੀ, ਇਹ ਮਨ ਦੀ ਕਹਾਣੀ ਮਹਾਰਾਜ ਸੁਰਤ ਤੇ ਕੰਤ, ਘਰਵਾਲੀ ਤੇ ਘਰਵਾਲਾ ਕਰਕੇ ਖੇਡ ਸਮਝਾ ਰਹੇ ਨੇ। ਦੁਹਾਗਨ ਤੇ ਸੁਹਾਗਨ ਤੇ ਮਾਲਿਕ ਏਦਾਂ ਸਮਝਾ ਰਹੇ ਨੇ। ਮਨਮੁਖ, ਗੁਰਮੁਖ, ਅਕਾਲ ਪੁਰਖ,
ਮਨਮੁਖ ਦੁਹਾਗਨ, ਗੁਰਮੁਖ ਸੁਹਾਗਨ, ਕੰਤ ਖਸਮ ਅਕਾਲ ਪੁਰਖ। ਏਦਾਂ ਸਮਝਾ ਰਹੇ ਨੇ। ਦੂਜੀ ਜਗ੍ਹਾ ਮਨ ਤੇ ਮਾਲਿਕ ਕਾਲ, ਏਦਾਂ ਕਰਕੇ ਸਮਝਾ ਰਹੇ ਨੇ। ਕਹਿੰਦੇ ਵੀ ਮਨ ਆ, ਮਨ ਗੁਰਮੁਖ ਵੀ ਬਣ ਸਕਦਾ ਆ, ਮਨ ਮਨਮੁਖ ਵੀ ਆ। ਮਨਮੁਖ ਵੀ ਬਣ ਗਿਆ। ਕਿੱਦਾਂ ਬਣ ਗਿਆ? ਮਾਲਿਕ ਦੇ ਹੁਕਮ ਤੋਂ ਬਾਹਰ ਹੋ ਗਿਆ। ਇੱਥੇ ਮਾਲਿਕ ਗੁਰਬਾਣੀ ਦੇ ਵਿੱਚ ਮਹਾਰਾਜ ਪਿਓ ਤੇ ਪੁੱਤ ਦਾ ਰਿਸ਼ਤਾ ਜਨਾਉਂਦੇ ਹੋਇਆ ਖੇਡ ਸਮਝਾ ਰਹੇ ਆ ਵੀ ਪੁੱਤ ਥੱਲੇ ਆ ਗਿਆ, ਥੱਲੇ ਆ ਗਿਆ। ਹੁਣ ਜਦੋਂ ਆਪਾਂ ਇਹ ਸ਼ਬਦ ਵਿਚਾਰਦੇ ਆ ਵੀ ਸਾਰਿਆਂ ਦੇ ਵਿੱਚ ਮਾਲਿਕ ਬੋਲ ਰਹੇ ਨੇ, ਸਾਰਿਆਂ ਦੇ ਵਿੱਚ ਮਾਲਿਕ ਬੋਲ ਰਹੇ ਨੇ। ਮਾਲਿਕ ਤਾਂ ਫਿੱਕਾ ਬੋਲਦੇ ਨਹੀਂ, ਮਾਲਿਕ ਤਾਂ ਫਿੱਕਾ ਬੋਲਦੇ ਨਹੀਂ। ਆਪਾਂ ਕਈ ਵਾਰ ਗਿਆਨ ਨਾ ਹੁੰਦੇ ਹੋਇਆ ਇੱਕ ਜੀਵ ਦੂਜੇ ਜੀਵ ਨੂੰ ਕਹਿੰਦਾ ਵੀ ਕੋਈ ਗੱਲ ਨਹੀਂ, ਇਹਦੇ ਵਿੱਚ ਵੀ ਮਾਲਿਕ ਬੋਲਦਾ ਆ। ਮਾਲਿਕ ਫਿੱਕਾ ਨਹੀਂ ਬੋਲਦੇ, ਮਾਲਿਕ ਸ਼ਬਦ ਦੀ ਚੋਟ ਨਹੀਂ ਮਾਰਦੇ। ਅਸੀਂ ਆਪ ਦੀ ਗਲਤੀ ਛੁਪਾਉਣ ਵਾਸਤੇ ਇੱਕ ਦੂਜੇ ਨੂੰ ਜੀਵ ਕਹਿੰਦਾ ਵੀ ਕੋਈ ਗੱਲ ਨਹੀਂ, ਵੀ ਮਾਲਿਕ ਬੋਲਦਾ ਹੈ। ਮਾਲਿਕ ਅਕਾਲ ਪੁਰਖ ਨੇ, ਉਹਨਾਂ ਦੀ ਬਾਣੀ ਅੰਮ੍ਰਿਤ ਬਾਣੀ ਆ, ਉਹਨਾਂ ਦੀ ਬਾਣੀ ਅੰਮ੍ਰਿਤ ਬਾਣੀ ਆ। ਮਾਲਿਕ ਤਾਂ ਫਿੱਕਾ ਬੋਲਦੇ ਨਹੀਂ, ਮਾਲਿਕ ਕਿਸੇ ਦੇ ਹਿਰਦੇ ਨੂੰ ਠੇਸ ਨਹੀਂ ਪਹੁੰਚਾਉਂਦੇ, ਮਾਲਿਕ ਝੂਠ ਨਹੀਂ ਬੋਲਦੇ। ਆਪਾਂ ਕਹਿੰਦੇ ਕਿ ਜੇ ਕੋਈ ਜੀਵ ਝੂਠ ਬੋਲ ਕੇ ਆਪ ਕਹਿੰਦੇ ਕੋਈ ਗੱਲ ਨਹੀਂ, ਇਹਦੇ ਵਿੱਚ ਵੀ ਮਾਲਿਕ ਬੋਲਦਾ ਆ। ਮਾਲਿਕ ਝੂਠ ਨਹੀਂ ਬੋਲਦੇ। ਤੇ ਇਹ ਮਨ ਆਪ ਦੇ ਆਪ ਨੂੰ ਧੋਖਾ ਦੇ ਰਿਹਾ ਆ। ਕੀ ਦੇ ਰਿਹਾ? ਧੋਖਾ ਦੇ ਰਿਹਾ। ਆਪ ਦਾ ਗਿਆਨ ਇਕੱਠਾ ਕਰਕੇ, ਝੂਠਾ ਗਿਆਨ ਇਕੱਠਾ ਕਰਕੇ ਦਿਲਾਸਾ ਦੇ ਰਿਹਾ ਇੱਕ ਦੂਜੇ ਨੂੰ। ਇੱਥੇ ਮਹਾਰਾਜ ਕਹਿੰਦੇ ਆਪ ਦੇ ਹੱਥੀ ਆਪ ਦਾ ਕਾਰਜ ਵਿਗਾੜ ਰਿਹਾ ਆ, ਆਪ ਦੇ ਹੱਥੀ ਆਪ ਦਾ ਕਾਰਜ ਵਿਗਾੜ ਰਿਹਾ ਤੇ ਨਾਮ ਮਾਲਿਕ ਦਾ ਲਾ ਰਿਹਾ ਆ, ਨਾਮ ਮਾਲਿਕ ਦਾ ਲਾ ਰਿਹਾ। ਇਹ ਮੈਂ ਨਹੀਂ ਕੀਤਾ, ਮਾਲਿਕ ਨੇ ਕਰਾਤਾ। ਮਾਲਿਕ ਮਹਾਰਾਜ ਕਹਿੰਦੇ ਨਹੀਂ, ਤੂੰ ਖੇਡ ਖੇਡਣ ਆਇਆ, ਇੱਥੋਂ ਕਰੇਗਾ, ਤੂੰ ਕਰੇਗਾ ਜੋ ਕਰੇਗਾ। ਮਾਲਿਕ ਨਹੀਂ ਕਰ ਰਿਹਾ ਇੱਥੇ। ਇਹ ਖੇਲ ਬਣਾਈ ਹੈ, ਇਹ ਖੇਲ ਬਣਾਈ ਹੈ। ਤੈਨੂੰ ਮਾਇਆਵੀ ਇਲਾਕੇ ਦੇ ਵਿੱਚ ਸੁਰਤ ਮਤ ਮਤ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਕਾੜੀ ਕੜੀ ਬਹੁਤ ਅਨੂਪ। ਉਹਦੇ ਕਹਿੰਦੇ ਬੁੱਧੀ ਮਤ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਦੇ ਕੇ ਇਹਨੂੰ ਮਨ ਨੂੰ ਘੜੀ ਹੈ। ਮਤ ਮਨ ਬੁੱਧ ਇਹ ਵੱਖਰੀਆਂ ਵੱਖਰੀਆਂ ਚੀਜ਼ਾਂ। ਸੁਰਤ ਵੀ ਉਹੀ ਚੀਜ਼ ਆ, ਮਨ ਵੀ ਚੀਜ਼ ਆ, ਬੁੱਧ ਵੀ ਹੋਈ ਆ, ਲੇਕਿਨ ਅਵਸਥਾਵਾਂ ਦੇ ਅਨੁਸਾਰ ਇਹ ਇੱਕ ਹੀ ਚੀਜ਼ ਦੇ ਵੱਖਰੇ ਵੱਖਰੇ ਨਾਮ ਆ। ਇਹਨੂੰ ਮਨ ਨੂੰ ਸਭ ਤੋਂ ਜ਼ਿਆਦਾ ਮਤ ਦੇ ਕੇ ਮਾਲਿਕ ਨੇ ਸਭ ਤੋਂ ਜ਼ਿਆਦਾ ਮਤ ਦੇ ਕੇ ਇਹਨੂੰ ਤਰਲੋਕੀ ਦੇ ਵਿੱਚ ਭੇਜਿਆ ਆ। ਇਹਨੂੰ ਤਰਲੋਕੀ ਦੇ ਵਿੱਚ ਭੇਜਿਆ ਆ। ਇੱਥੋਂ ਇਹਦੀ ਤਖਤੀ ਤੇ ਇਹਦੀ ਕਲਮ ਇਹਨੂੰ ਦਿੱਤੀ ਆ। ਇੱਥੋਂ ਜੋ ਕੁਛ ਕਰੂਗਾ ਉਹ ਇਹਦਾ ਲੇਖਾ ਜੋਖਾ ਹੋਊਗਾ। ਕਈ ਵਾਰ ਕਰਤੂਤ ਕਰਦੇ ਹੋਇਆ, ਕਰਤੂਤ ਕਿਹਨੂੰ ਸਮਝਦਾ ਆ? ਜਿਹੜਾ ਕੋਈ ਚਰਿੱਤਰ ਪੱਖੋਂ ਉਲਟ ਕੰਮ ਕਰਦਾ ਉਹਨੂੰ ਕਰਤੂਤ ਦਾ ਨਾਮ ਦੇਤਾ। ਮਹਾਰਾਜ ਦੱਸ ਰਹੇ ਨੇ ਕਿ ਇਹ ਇਲਾਕੇ ਦੇ ਵਿੱਚ ਹੁਕਮ ਤੋਂ ਬਾਹਰ ਸਭ ਕੁਛ ਪਾਪ ਆ, ਸਭ ਕੁਛ ਪਾਪ ਆ। ਪਾਪ ਨੂੰ ਹੀ ਕਰਤੂਤ ਕਹਿੰਦੇ ਨੇ, ਪਾਪ ਨੂੰ ਹੀ ਕਰਤੂਤ ਕਹਿੰਦੇ ਨੇ। ਮਹਾਰਾਜ ਕਹਿੰਦੇ ਹੁਕਮ ਤੋਂ ਬਾਹਰ ਜੋ ਵੀ ਕੁਛ ਕੀਤਾ ਜਾ ਰਿਹਾ ਆ, ਜੋ ਵੀ ਕੁਛ ਮਨ ਕਰ ਰਿਹਾ ਆ, ਉਹ ਸਭ ਪਾਪ ਆ, ਉਹ ਸਭ ਪਾਪ ਆ। ਪਾਪ ਕਿੱਥੋਂ ਨਹੀਂ ਵਿਚਾਰਿਆ ਜਾਂਦਾ? ਹੁਕਮ ਦੇ ਵਿੱਚ। ਕਹਿੰਦੇ ਪਾਪ ਪੁੰਨ ਦੁਈ ਏਕ ਸਮਾਨ। ਹੁਕਮ ਦੇ ਵਿੱਚ ਪਾਪ ਤੇ ਪੁੰਨ ਨਹੀਂ ਵਿਚਾਰਿਆ ਜਾਂਦਾ, ਲੇਕਿਨ ਹੁਕਮ ਤੋਂ ਬਾਹਰ ਜੋ ਕੁਛ ਵੀ ਮਨ ਕਰਦਾ ਆ ਉਹਦਾ ਲੇਖਾ ਜੋਖਾ ਬਣ ਜਾਂਦਾ ਆ। ਉਹਦੇ ਅਨੁਸਾਰ ਹੀ ਉਹਨੂੰ ਅੱਗੇ ਸਜ਼ਾ ਮਿਲਦੀ ਆ। ਇਹ ਖੇਲ ਬਣਾਈ ਮਾਲਿਕ ਨੇ। ਮਨ ਆਪ ਦਾ ਗਿਆਨ ਲਾ ਕੇ, ਆਪ ਦਾ ਗਿਆਨ ਲਾ ਕੇ ਮਾਲਿਕ ਨੂੰ ਉਲਟਾ ਲਾਂਬਾ ਦੇਣ ਲੱਗਾ। ਮੈਂ ਨਹੀਂ ਕੀਤਾ, ਮਾਲਿਕ ਨੇ ਕਰਾਤਾ। ਮੈਂ ਨਹੀਂ ਕੀਤਾ, ਇਹ ਮਾਲਿਕ ਨੇ ਕਰਾਤਾ। ਇੱਥੋਂ ਕਹਿਣ ਲੱਗਾ ਸਿਮਰਨ ਮੈਂ ਕਿਵੇਂ ਕਰ ਲਊਂਗਾ, ਮਾਲਿਕ ਕਰਾਊਗਾ ਤਾਂ ਹੋਊਗਾ। ਹਰ ਇੱਕ ਗੱਲ ਨੂੰ ਮਾਲਿਕ ਤੇ ਲਾਣ ਲੱਗਾ। ਜੇ ਕੁਝ ਪੁੱਠਾ ਹੋ ਗਿਆ ਤਾਂ ਮਾਲਿਕ ਦੇ ਨਾਮ, ਜੋ ਹੈ ਤਾਂ ਹੋ ਨਹੀਂ ਰਿਹਾ ਉਹ ਵੀ ਮਾਲਿਕ ਦੇ ਨਾਮ। ਇਹਨੇ ਆਪ ਦਾ ਰੋਲ ਹਟਾਤਾ। ਮੈਂ ਨਹੀਂ ਕੀਤਾ, ਮੈਂ ਉਹਦਾ ਦਿਲ ਨਹੀਂ ਦੁਖਾਇਆ, ਮੈਂ ਉਹਦਾ ਹਿਰਦੇ ਚ ਠੇਸ ਨਹੀਂ ਪਹੁੰਚਾਈ। ਮੈਨੂੰ ਤਾਂ ਇਹ ਕਰਾਉਣ ਵਾਲਾ ਤਾਂ ਉਹੀ ਆ, ਕਰਾਉਣ ਵਾਲਾ ਤਾਂ ਉਹੀ ਆ। ਉਹ ਇਹ ਜਿਹੜਾ ਜਿਸ ਇਲਾਕੇ ਦੇ ਵਿੱਚ ਮਨ ਨੂੰ ਖੇਡਣ ਭੇਜਿਆ, ਇੱਥੇ ਦਾ ਰਾਜਾ ਮਨ ਨੂੰ ਬਣਾਇਆ। ਇੱਥੇ ਦਾ ਇਹ 9 ਦਰ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਮਨ ਨੂੰ ਚਾਕਰ ਦਿੱਤੀਆਂ ਨੇ। ਇਹ ਇਹਦੇ ਹੁਕਮ ਮੁਤਾਬਿਕ ਚਲੇਂਗਾ। ਕਿਹਦੇ ਹੁਕਮ ਮੁਤਾਬਿਕ? ਮਨ ਦੇ। ਇਹ ਮਾਲਿਕ ਮਨ ਨੂੰ ਰਖਵਾ ਦਿੱਤਾ ਆ ਤੇ ਨਾਲੇ ਇਹ ਇਲਾਕੇ ਦੇ ਵਿੱਚ ਖੇਡਣ ਦੇ ਲਈ ਮਤ ਵੀ ਦਿੱਤੀ ਆ।
ਤੇ ਇਹ ਉਸ ਮਤ ਨੂੰ ਵਰਤ ਕੇ ਖੇਲ ਨੂੰ ਖੇਲਣਾ ਥਾ। ਕਿਹਨੂੰ? ਉਸ ਮਤ ਨੂੰ ਵਰਤ ਕੇ ਖੇਲ ਖੇਲਣਾ ਥਾ। ਹੁਣ ਇੱਥੋਂ ਮਤ ਮਹਾਰਾਜ ਗੁਰਬਾਣੀ ਦੇ ਵਿੱਚ ਸਮਝਾ ਰਹੇ ਨੇ, ਕਹਿੰਦੇ ਇਹਦੀ ਜਿਹੜੀ ਮਤ ਆ ਉਹ ਥੋੜੀ ਹੋ ਗਈ। ਕਹਿੰਦੇ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਥੋੜੀ ਕਿਉਂ ਹੋ ਗਈ? ਥੋੜੀ ਇਸ ਕਰਕੇ ਹੋ ਗਈ ਕਿ ਇਹਨੇ इन पंजा ਦੀ ਮਤ ਲੈ ਲਈ ਵਿੱਚ, ਇਸ ਕਰਕੇ ਇਹਦੀ ਜੋ ਮਤ ਹੋ ਗਈ ਉਹ ਗੁਰਮਤ ਨਹੀਂ ਰਹੀ, ਕਿਉਂਕਿ ਗੁਰੂ ਦੇ ਨਾਲ ਇਹਦੀ ਸੰਪਰਕ ਟੁੱਟ ਗਿਆ। ਗੁਰੂ ਦੇ ਨਾਲ ਸੰਪਰਕ ਟੁੱਟ ਗਿਆ, ਇਸ ਕਰਕੇ ਗੁਰਮਤ ਇਹਦੀ ਖਤਮ ਹੋਣ ਲੱਗੀ, ਇਹਦੇ ਵਿੱਚ ਬੰਦ ਹੋ ਗਈ। ਮਨ ਮਤ ਸ਼ੁਰੂ ਹੋ ਗਈ। ਜਦੋਂ ਮਨ ਮਤ ਸ਼ੁਰੂ ਹੋ ਗਈ ਤੇ ਮਨਮੁਖ ਬਣ ਗਿਆ, ਕਿਉਂਕਿ ਮਨਮਤ ਦੇ ਰਾਹੀਂ ਜੋ ਕੁਝ ਕੀਤਾ ਉਹ ਲੇਖਾ ਜੋਖਾ ਬਣ ਗਿਆ ਔਰ ਮਨਮੁਖ ਬਣ ਗਿਆ। ਕੀ ਬਣ ਗਿਆ? ਮਨਮੁਖ ਬਣ ਗਿਆ। ਹੁਣ ਜੋ ਕੁਛ ਏਦਾਂ ਕਰਦਾ ਰਹਿੰਦਾ ਆ ਤੇ ਨਾਲ ਦੇ ਨਾਲ ਹੱਥ ਬੰਦ ਕੇ ਕਹਿੰਦਾ ਵੀ ਮਾਲਿਕ ਨੇ ਕਰਾਤਾ। ਠੀਕ ਹੈ ਨਾ? ਮਾਲਿਕ ਨੇ ਕਰਾਤਾ। ਆਪ ਦੇ ਆਪ ਨੂੰ ਸਹੀ ਸਾਬਿਤ ਕਰਨ ਦੇ ਲਈ, ਸਹੀ ਸਾਬਿਤ ਕਰਨ ਦੇ, ਲੇਕਿਨ ਇਹ ਭੁੱਲ ਗਿਆ ਕਿ ਇਹ ਖੇਡ ਇਹਨੂੰ ਪਹਿਲੇ ਸਮਝਾਈ ਗਈ ਆ। ਇਹ ਖੇਡ ਇਹਨੂੰ ਪਹਿਲੇ ਸਮਝਾਈ ਗਈ ਆ ਵੀ ਜੇ ਹੁਕਮ ਚ ਖੇਲਿਆ ਤੇ ਤੈਨੂੰ ਕੋਈ ਲੇਖਾ ਜੋਖਾ ਨਹੀਂ ਦੇਣਾ ਪੈਣਾ। ਜੇ ਤੂੰ ਹੁਕਮ ਤੋਂ ਬਾਹਰ ਹੋ ਕੇ ਖੇਲਿਆ, ਤੇਰੀ ਤਖਤੀ ਅਕਾਲ ਤਖਤ ਤੋਂ ਜਮਾ ਹੋਗੀ। ਜੋ ਤੂੰ ਲਿਖ ਕੇ ਲਾਏਗਾ ਉਹ ਤੇਰੀ ਤਖਤੀ ਤੂੰ ਅਕਾਲ ਪੁਰਖ ਦੇ ਪੇਸ਼ ਕਰੇਂਗੇ। ਤੈਨੂੰ ਕੌਣ ਪੇਸ਼ ਕਰੂਗਾ? ਧਰਮ ਰਾਏ। ਧਰਮ ਰਾਏ ਦੇ ਕੋਲ ਤੇਰੀ ਉਹ ਤਖਤੀ ਪੇਸ਼ ਹੋਊਗੀ ਪਹਿਲਾਂ। ਉਹ ਤੇ ਜੋ ਤੂੰ ਲਿਖ ਕੇ ਲਾਏਗਾ, ਜੋ ਤੂੰ ਲਿਖ ਕੇ ਲਾਏਗਾ ਉਹਦੇ ਅਨੁਸਾਰ ਤੇਰਾ ਹਿਸਾਬ ਕਿਤਾਬ ਕੀਤਾ ਜਾਊਗਾ। ਅਗੋ ਅਕਾਲ ਤਖਤ ਤੇ ਮਾਲਿਕ ਮਿਲਦੇ ਨੇ। ਅਕਾਲ ਤਖਤ ਤੋਂ ਫੈਸਲਾ ਹੁੰਦਾ ਆ ਇਹਦਾ, ਹੈਨਾ? ਜਿੱਥੇ ਅਕਾਲ ਪੁਰਖ ਬੈਠੇ ਨੇ ਉੱਥੋਂ ਇਹਦਾ ਫੈਸਲਾ ਹੁੰਦਾ ਆ। ਪਹਿਲੇ ਆ ਧਰਮ ਰਾਏ ਦੇ ਕੋਲ ਜਾਊਗਾ, ਉਹ ਤਖਤੀ ਲੈ ਕੇ ਜਿਹੜੀ ਹੈ ਤਰਲੋਕੀ ਦੇ ਵਿੱਚ ਲਿਖਦਾ ਆ ਪੂਰਾ ਦਿਨ, ਹੈਨਾ? ਇਸ ਕਰਕੇ ਮਹਾਰਾਜ ਗਿਆਨ ਦੇ ਨੇ, ਕਹਿੰਦੇ ਬਈ ਜੇ ਤੂੰ ਸਿਆਣਾ ਆ, ਜੇ ਤੂੰ ਸਿਆਣਾ ਆ ਤੇ ਹੁਕਮ ਦੇ ਵਿੱਚ ਆ ਜਾ। ਹੁਕਮ ਦੇ ਵਿੱਚ ਆ ਜਾ ਤੇ ਹੁਕਮ ਦੇ ਵਿੱਚ ਆ ਕੇ ਆਪ ਦੀ ਤਖਤੀ ਚਿੱਟੀ ਲਿਖ ਲੈ। ਕਿੱਦਾਂ ਦੀ ਲਿਖ ਲੈ? ਚਿੱਟੀ ਲਿਖ ਲੈ। ਹੁਕਮ ਦੇ ਵਿੱਚ ਜੋ ਵੀ ਕੁਛ ਤੂੰ ਲਿਖ ਕੇ ਲੈ ਗਿਆ, ਜੋ ਵੀ ਕੁਛ ਲਿਖ ਕੇ ਲੈ ਗਿਆ, ਕਹਿੰਦੇ ਵਡਿਆਈ ਮਿਲੂਗੀ। ਕੁਛ ਵੀ ਲਿਖ ਕੇ ਲੈ ਗਿਆ, ਵਡਿਆਈ ਮਿਲੂਗੀ। ਮਹਾਰਾਜ ਕਹਿੰਦੇ ਹੁਕਮ ਦੇ ਵਿੱਚ ਨਾ ਪਾਪ ਆ, ਨਾ ਪੁੰਨ ਆ, ਨਾ ਚੰਗਿਆਈ ਹੈ, ਨਾ ਬੁਰਾਈ ਹੈ, ਕੁਛ ਨਹੀਂ ਹੈ ਹੁਕਮ ਦੇ ਵਿੱਚ। ਕਿਉਂਕਿ ਹੁਕਮ ਦੇ ਵਿੱਚ ਜਿਹੜਾ ਜੀਵ ਆ ਜਾਂਦਾ ਆ ਉਹ ਰਜੋ ਤਮੋ ਸਤੋ ਤੇ ਵਿਵਹਾਰ ਕਰਨਾ ਸਿੱਖ ਲੈਂਦਾ ਆ। ਜਿਹਨੂੰ ਅਕਾਲ ਪੁਰਖ ਨੇ ਕਿਹਾ ਮੈਂ ਬਣਜਾਰਨ ਰਾਮ ਕੀ, ਕਹਿੰਦੇ ਉਹ ਬਣਜ ਕਰਨਾ ਸਿੱਖ ਜਾਂਦੀ ਹੈ ਸੁਰਤੀ। ਫਿਰ ਅੱਗੋਂ ਕਿਹਾ ਹਰ ਕੇ ਨਾਮ ਕੇ ਵਿਆਪਾਰੀ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਕਹਿੰਦੇ ਹੁਕਮ ਦੇ ਵਿੱਚ ਆ ਕੇ ਨਾਮ ਕੀਆ, ਹੀਰਾ ਹਾਥ ਚੜਿਆ ਨਿਰਮੋਲਕ, छूट गई संसारी, हर के नाम के व्यापारी। नाम किया हुक्म, हुक्म ਦੇ ਵਿੱਚ ਆ ਕੇ ਜਦੋਂ ਵਪਾਰ ਕੀਤਾ ਤੇ ਮਨ ਰਾਜਾ ਬਣ ਗਿਆ। ਕੀ ਬਣ ਗਿਆ? ਦੁਬਾਰਾ ਤੇ ਰਾਜਾ ਬਣ ਗਿਆ। ਮਹਾਰਾਜ ਕਹਿੰਦੇ शब्द पढ़ रहे थे कल, आप विचार रहे थे शब्द कि ਜਿਹੜਾ ਹੁਕਮ ਦੇ ਵਿੱਚ ਆ ਜਾਂਦਾ, ਕਹਿੰਦੇ ਸਾਰੀ ਸ੍ਰਿਸ਼ਟ ਦਾ ਰਾਜ ਲੈ ਲੈਂਦਾ ਆ, ਸਾਰੀ ਸ੍ਰਿਸ਼ਟ ਦਾ ਰਾਜ ਲੈ ਲੈਂਦਾ ਆ। ਤੇ ਉਹ ਰਾਜ ਕਿਵੇਂ ਲੈਂਦਾ? ਜਿੱਦਾਂ ਪ੍ਰਹਲਾਦ ਜੀ ਨੂੰ ਮਿਲਾ, ਜਿੱਦਾਂ ਪ੍ਰਹਲਾਦ ਜੀ ਨੂੰ, ਜਿੱਦਾਂ ਧਰੁਵ ਜੀ ਨੂੰ ਮਿਲਾ, ਜਿਹਨੂੰ ਧਰੁਵ ਜੀ ਨੂੰ ਮਿਲਾ ਉਹਨੂੰ ਹਲੀਮੀ ਰਾਜ ਕਿਹਾ, ਹਲੀਮੀ ਰਾਜ ਕਿਹਾ, ਜਿਹਦਾ ਐਨੀ ਹੈ। ਉਹ ਹਲੀਮੀ ਰਾਜ ਉਹਨੂੰ ਕਿਉਂ ਕਿਹਾ? ਕਿਉਂਕਿ ਉਹ ਰਾਜ ਨਾਮ ਦੇ ਰਾਹੀਂ ਮਿਲਦਾ ਹੈ। ਉਹ ਰਾਜ ਨਾਮ ਦੇ ਰਾਹੀਂ ਮਿਲਦਾ। ਨਾਮ ਦਾ ਵੀ ਅੰਤ ਨਹੀਂ ਹੈ, ਨਾਮ ਦਾ ਵੀ ਅੰਤ ਨਹੀਂ ਹੈ। ਇਸ ਕਰਕੇ ਉਸ ਰਾਜ ਦਾ ਵੀ ਅੰਤ ਨਹੀਂ ਹੈ, ਉਸ ਰਾਜ ਦਾ ਵੀ ਅੰਤ ਨਹੀਂ ਹੈ। ਤੇ ਇਹ ਬਹੁਤ ਬਰੀਕੀਆਂ ਸਮਝਾਈਆਂ ਨੇ ਮਹਾਰਾਜ ਨੇ ਆਪਾਂ ਨੂੰ। ਆਪਾਂ ਤਰਲੋਕੀ ਦੇ ਗਿਆਨ ਦੇ ਵਿੱਚ ਜੀਵ ਵਿਚਰਦਿਆਂ ਹੋਇਆ ਚੌਥੇ ਪਦ ਦਾ ਗਿਆਨ ਥੱਲੇ ਤਰਲੋਕੀ ਦੇ ਵਿੱਚ ਮਿਕਸ ਕਰ ਦਿੰਦਾ ਆ। ਆਪ ਦੀ ਕਰਤੂਤਾਂ ਦੇ ਵਿੱਚ ਮਾਲਿਕ ਦਾ ਨਾਮ ਦਾ ਸਟੈਂਪ ਲਾ ਦਿੰਦਾ ਆ, ਠੱਪਾ ਲਾ ਦਿੰਦਾ। ਇਹ ਮਾਲਿਕ ਕਰ ਰਹੇ ਨੇ। ਇਹ ਕੌਣ ਕਰ ਰਹੇ ਨੇ? ਮਾਲਿਕ ਕਰ ਰਹੇ ਨੇ। ਹਾਂ, ਮਾਲਿਕ ਦੇ ਹੁਕਮ ਦੇ ਵਿੱਚ ਸਾਰਾ ਕੁਝ ਹੋ ਰਿਹਾ ਆ, ਮਾਲਿਕ ਦੇ ਹੁਕਮ ਦੇ ਵਿੱਚ ਹੋ ਰਿਹਾ, ਕਿਉਂਕਿ ਉਸ ਨਾਮ ਨਿਰੰਜਨ ਦੇ ਉੱਪਰ ਹੀ ਸਾਰਾ ਕੁਝ ਤਿਆਰ ਹੋਇਆ ਆ।
ਸਾਰਾ ਕੁਝ ਤਿਆਰ ਹੋਇਆ, ਲੇਕਿਨ 9 ਦਰਾਂ ਦਾ ਜੋ ਏਰੀਆ ਆ ਉਹ ਏਰੀਆ ਮਨ ਨੂੰ ਦਿੱਤਾ ਗਿਆ ਆ। ਉੱਥੇ ਮਨ ਨੂੰ ਖੇਤੀ ਕਰਨ ਵਾਸਤੇ ਭੇਜਿਆ ਆ, ਉੱਥੇ ਮਨ ਨੂੰ ਬਣਜ ਕਰਨ ਵਾਸਤੇ ਭੇਜਿਆ ਗਿਆ ਆ। ਉੱਥੇ ਦਾ ਸਾਰੇ ਏਰੀਏ ਦਾ ਰਕਬੇ ਦਾ ਮਾਲਿਕ ਮਨ ਰਾਜਾ ਬਣਾਇਆ ਆ। ਮਨ ਰਾਜਾ। ਹੁਣ ਮਨ ਕਿੱਦਾਂ ਦਾ ਵਪਾਰ ਕਰੂਗਾ, ਕਿੱਦਾਂ ਦੀ ਖੇਤੀ ਕਰੂਗਾ, ਕੀ ਲਾਹਾ ਖੱਟ ਕੇ ਲੈ ਜਾਊਗਾ। ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਕਹਿੰਦੇ ਵੀ ਤੂੰ ਇਹ ਇਲਾਕੇ ਦੇ ਵਿੱਚ ਨਾਮ ਦੇ ਰਾਹੀਂ ਬਣਜ ਕਰਕੇ ਦਿਖਾ। ਜਦੋਂ ਬਣਜ ਕਰਕੇ ਵਾਪਸ ਮੁੜੇਗਾ, ਹੁਕਮ ਦੇ ਵਿੱਚ ਹੁੰਦਿਆਂ ਹੋਇਆਂ ਮਾਲਿਕ ਦੇ ਕੋਲ ਪਹੁੰਚੇਗਾ, ਮਾਲਿਕ ਦੇ ਕੋਲ ਤੈਨੂੰ ਗੁਰੂ ਤੇ ਸਤਿਗੁਰ ਪੇਸ਼ ਕਰੇਂਗੇ। ਜਦੋਂ ਉੱਥੇ ਤੂੰ ਪਹੁੰਚੇਗਾ, ਰੋਜ਼ ਦੇ ਰੋਜ਼ ਹੀ ਤੈਨੂੰ ਉੱਥੇ ਵਡਿਆਈ ਮਿਲੂਗੀ। ਔਰ ਉਹ ਵਡਿਆਈ ਕੀ ਮਿਲੂਗੀ? ਉਹ ਵਡਿਆਈ ਨਾਮ ਦੇ ਰਾਹੀਂ ਤੈਨੂੰ ਉੱਥੋਂ ਕਪੜਾ ਮਿਲੂਗਾ। ਉੱਥੋਂ ਕੀ ਮਿਲੂਗਾ? ਕਪੜਾ ਮਿਲੂਗਾ। ਇੱਕ ਤੇ ਇੱਕ ਚੰਗਾ ਕਪੜਾ ਮਿਲੂਗਾ। ਕਹਿੰਦੇ ਹਰ ਨਾਮ ਹਮਾਰੇ ਜਿਤ ਪਹਿਨੇ ਫਿਰ ਨੰਗੇ ਨਾ ਹੋਵੇ। ਕਹਿੰਦੇ ਹਰ ਨਾਮ ਹਮਾਰੇ ਭੋਜਨ 36 ਪ੍ਰਕਾਰ। ਏਦਾਂ ਹੀ ਨਹੀਂ ਕਿਹਾ ਭੋਜਨ ਹੋਊਗਾ ਤਾਂ ਹੀ ਕਿਹਾ ਆ, ਕਪੜਾ ਹੋਊਗਾ ਫੇਰ ਹੀ ਕਿਹਾ ਆ। ਏਦਾਂ ਨਹੀਂ ਕਿਹਾ। ਗੁਰੂ ਸਾਹਿਬ ਏਦਾਂ ਥੋੜੀ ਕਲਮ ਬੰਦ ਕरेंगे कि जो चीज होने दी नहीं कि ਏਦਾਂ महाराज भाव थोड़ी लेंगे, कल्पना थोड़ी कर रहे हैं महाराज की कपड़ा भी हो सकता है, भोजन भी हो सकता है। ਜੇ ਉਹਦੇ ਵਿੱਚ ਉਸ ਰਸ, ਉਹ ਰਸ ਵੀ ਉਹਦੇ ਵਿੱਚ ਹੋਣਗੇ। ਇੱਕ ਕੱਪੜੇ ਦਾ ਵੀ ਰਸ ਆ, ਇੱਕ ਭੋਜਨ ਦਾ ਵੀ ਰਸ ਆ। ਉਹ ਸਾਰੇ ਰਸ ਉਹਦੇ ਵਿੱਚ ਹੋਣਗੇ, ਸਾਰੇ ਰਸਾਂ ਦੀ ਸਮਰੱਥਾ ਉਹਦੇ ਵਿੱਚ ਹੋਊਗੀ ਤਾਂ ਹੀ ਉਹਨੂੰ ਆਤਮ ਰਸ ਕਿਹਾ, ਬ੍ਰਹਮ ਰਸ ਕਿਹਾ, ਅੰਮ੍ਰਿਤ ਰਸ ਕਿਹਾ। ਉਹਦੇ ਵਿੱਚ ਉਹ ਰਸਾਂ ਦਾ ਸਾਰਿਆਂ ਦਾ ਆਨੰਦ ਹੋਊਗਾ। ਇਸ ਕਰਕੇ ਮਹਾਰਾਜ ਨੇ ਕਿਹਾ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਉਹ ਉਹਦੇ ਵਿੱਚ ਉਹ ਸਾਰੇ ਰਸ ਹੋਣਗੇ, ਉਹ ਸਾਰੀ ਸ੍ਰਿਸ਼ਟੀ ਤੇ ਉਤੋਂ ਦੇ ਰਸ ਉਹਦੇ ਵਿੱਚ ਹੋਣਗੇ। ਇਸ ਕਰਕੇ ਉਹਨਾਂ ਨੂੰ ਮਹਾਰਾਜ ਨੇ ਕਪੜਾ ਵੀ ਕਿਹਾ, ਭੋਜਨ ਵੀ ਕਿਹਾ। ਉਸ ਨਾਮ ਦੇ ਰਾਹੀਂ ਮਹਿਲ ਵੀ ਆ, ਉਸ ਨਾਮ ਦੇ ਰਾਹੀਂ ਮਹਿਲ ਵੀ ਆ, ਜਿਹਨੂੰ ਸੁਖ ਮਹਿਲ ਕਿਹਾ। ਕਿਹਨੂੰ ਕਿਹਾ? ਸੁਖ ਮਹਿਲ ਕਿਹਾ। ਉਹ ਵੀ ਨਾਮ ਦੇ ਰਾਹੀਂ ਮਿਲਦਾ ਮੈਨੂੰ, ਏਦਾਂ ਨਹੀਂ ਮਿਲਦਾ। ਜੇ ਨਾਮ ਮਿਲਦਾ ਆ ਤਾਂ ਸੁਖ ਮਹਿਲ ਮਿਲਦਾ ਆ। ਨਾਮ ਮਿਲਦਾ ਆ ਤੇ ਅੰਮ੍ਰਿਤ ਰਸ ਮਿਲਦਾ ਆ। ਨਾਮ ਮਿਲਦਾ ਆ ਤੇ ਇਹਨੂੰ ਸਿਫਤ ਸਲਾਹ ਦਾ ਕਪੜਾ ਮਿਲਦਾ ਆ, ਉਹ ਚੋਲਾ ਮਿਲਦਾ ਆ, ਹੈਨਾ। ਕੀ ਮਿਲਦਾ? ਚੋਲਾ ਮਿਲਦਾ ਆ। ਉਸ ਨਾਮ ਦੇ ਰਾਹੀਂ ਇਹਨੂੰ ਉਸ ਚੋਲੇ ਦਾ ਰੰਗ ਲੱਗਦਾ ਆ। ਲਾਲ ਰੰਗ ਕਿਹਾ ਇਹਨੂੰ, ਲਾਲ ਰੰਗ ਤਿਸਕੋ ਲਾਗਾ ਜਿਸਕੇ ਵਡ ਭਾਗਾ। ਇਸ ਕਰਕੇ ਇਹ ਕਪੜਾ, ਇਹ ਅੱਗੋਂ ਜਾ ਕੇ ਕਿ ਵੀ 4 ਪਦਾਰਥ ਲਹਿ ਜਗ ਮੈਂ ਆਇਆ। ਬਈ ਉਹ ਜਿਹੜੇ 4 ਪਦਾਰਥ ਨੇ ਉਹ ਵੀ ਉਹਨਾਂ ਦੇ ਵਿੱਚ ਨਾਮ ਵੀ ਆਂਦਾ ਆ, ਉਹਦੇ ਵਿੱਚ ਨਾਮ ਵੀ ਆਂਦਾ। ਜਿਹਨੂੰ ਨਾਮ ਮਿਲ ਗਿਆ ਉਹ ਬਾਕੀ 4 ਪਦਾਰਥ ਵੀ ਉਹਨੂੰ ਮਿਲਨੇ ਹੀ ਮਿਲਨੇ। ਜਿਹਨੂੰ ਨਾਮ ਮਿਲ ਗਿਆ ਉਹਨੂੰ 68 ਦਿਸ਼ਾਵਾਂ ਦੀ ਤੀਰਥ, ਮਹਿਲ, ਕਪੜਾ, ਉਹਨੂੰ ਇਹ ਸਾਰੀਆਂ ਚੀਜ਼ਾਂ ਮਿਲਣੀਆਂ ਹੀ ਮਿਲਣੀਆਂ ਹੈ। ਕਿਉਂਕਿ ਨਾਮ ਦੇ ਵਿੱਚੋਂ ਸਾਰਾ ਖਜ਼ਾਨਾ ਹੈ। ਕੀ ਹੈ? ਨਾਮ ਦੇ ਵਿੱਚੋਂ ਖਜ਼ਾਨਾ ਸਾਰਾ ਹੈਗਾ ਆ। ਨਾਮ ਦੇ ਵਿੱਚ ਹਰ ਤਰੀਕੇ ਦਾ ਬੰਦੇ ਲਈ ਕਪੜਾ ਆ। ਉਹਨੂੰ ਅੱਗੇ ਜਾ ਕੇ ਕਾਮਧੇਨ ਵੀ ਕਿਹਾ, ਉਹ ਵੀ ਉਹਦੇ ਵਿੱਚ ਹੀ ਆ, ਉਹ ਉਹਦੇ ਵਿੱਚ ਹੀ ਆ। ਸਾਰੀਆਂ ਚੀਜ਼ਾਂ ਉਹਦੇ ਵਿੱਚ ਹੀ ਆ। ਕਿਹਦੇ ਵਿੱਚ? ਨਾਮ ਦੇ ਵਿੱਚ। ਤੇ ਇਸ ਕਰਕੇ ਮਹਾਰਾਜ ਗਿਆਨ ਦੇ ਰਹੇ ਨੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਕਿ ਨਾਮ ਦੇ ਰਾਹੀਂ ਜਿਹੜਾ ਜੀਵ ਉਸ ਇਲਾਕੇ ਦੇ ਵਿੱਚ ਪ੍ਰਵੇਸ਼ ਕਰ ਗਿਆ, ਉਸ ਇਲਾਕੇ ਦੇ ਵਿੱਚ ਪ੍ਰਵੇਸ਼ ਕਰ ਗਿਆ, ਉਹਨੂੰ ਹਲੀਮੀ ਰਾਜ ਦੇ ਦਿਆ ਗਿਆ। ਉਹਨੂੰ ਹਲੀਮੀ ਰਾਜ ਦੇ ਦਿਆ ਗਿਆ। ਹਲੀਮੀ ਰਾਜ ਦੇ ਵਿੱਚ ਬਹੁਤ ਡੂੰਘਾ ਖੇਲ ਹੈ। ਅੱਗੇ ਹੌਲੀ ਹੌਲੀ ਜਦੋਂ ਪ੍ਰੈਕਟੀਕਲ ਹੁੰਦਾ ਫਿਰ ਪਤਾ ਲੱਗਦਾ ਰਹਿੰਦਾ ਹੈ ਨਾ। ਇਸ ਕਰਕੇ ਬਹੁਤ ਵੱਡੀ ਖੇਲ ਆਇਆ। ਗਿਆਨ ਦੇ ਰਹੇ ਨੇ ਮਹਾਰਾਜ ਕਿ ਬਹੁਤ ਵੱਡੀ ਅਪਾਰ ਖੇਲ ਆ, ਅਪਾਰ ਖੇਲ ਆ, ਬੇਅੰਤ ਖੇਲ ਆ, ਬੇਅੰਤ ਖੇਲ ਆ। ਨਾਮ ਦੇ ਲਈ, ਮਨ ਦੇ ਲਈ ਬਹੁਤ ਸੁਖਦ ਸੁਖ ਸਹੂਲਤਾਂ ਰੱਖੀਆਂ ਹੋਈਆਂ ਨੇ, ਹੈਨਾ। ਇਹ ਇਲਾਕੇ ਦੇ ਵਿੱਚ ਨਕਲੀ ਰੱਖੀਆਂ ਹੋਈਆਂ ਨੇ, ਇਹ ਤੰਦੀਆਂ ਨੇ। ਮਨ ਵਾਸਤੇ ਇੱਥੇ ਕੁਛ ਨਹੀਂ ਰੱਖਿਆ। ਮਨ ਵਾਸਤੇ ਸਾਰਾ ਕੁਛ ਦਸਮ ਦੁਆਰ ਤੋਂ ਰੱਖਿਆ ਗਿਆ। ਜਿਹਨੂੰ ਬੇਗਮਪੁਰਾ ਕਿਹਾ ਆ, ਉੱਥੋਂ ਮਨ ਦਾ ਸੌਦਾ ਮਿਲਦਾ ਆ, ਨਾਮ ਦਾ ਸੌਦਾ ਮਿਲਦਾ ਆ। ਮਨ ਉੱਥੋਂ ਜਾ ਕੇ ਨਾਮ ਦਾ ਸੌਦਾ ਲੈਂਦਾ ਆ। ਉੱਥੇ ਨਾਮ ਦਾ ਸੌਦਾ ਨੂੰ ਤਾਂ ਮਿਲਦਾ ਆ ਜਦੋਂ ਇੱਧਰੋਂ ਆ ਵਪਾਰ ਕਰਕੇ ਇੱਥੋਂ ਤੋਂ ਪੂੰਜੀ ਇਕੱਠੀ ਕਰਕੇ ਉੱਥੇ ਜਮਾ ਕਰਦਾ ਆ, ਇੱਥੋਂ ਜਮਾ ਕਰਦਾ ਆ। ਜਦੋਂ ਉਸ ਹੱਟ ਪੇ ਜਾ ਕੇ ਇਹ ਦਸਮ ਦੁਆਰ ਤੋਂ ਜਾ ਕੇ ਬੇਗਮਪੁਰਾ ਦੇ ਵਿੱਚ ਜਾ ਕੇ ਇਹ ਨਿਰਗੁਣ ਦੇ ਵਿੱਚ ਖਜ਼ਾਨਾ ਜਮਾ ਕਰਦਾ ਆ,
ਉੱਥੋਂ ਇਹਨੂੰ ਬਦਲੇ ਦੇ ਵਿੱਚ ਸਵਾਸਾ ਰੂਪੀ ਹੀਰਿਆਂ ਨੂੰ ਦੇ ਕੇ ਇਹਨੂੰ ਰਤਨ ਪ੍ਰਾਪਤ ਹੋ ਜਾਂਦਾ ਹੈ, ਜਿਹਨੂੰ ਨਾਮ ਰਤਨ ਕਿਹਾ। ਜਦ ਇਹਨੂੰ ਨਾਮ ਰਤਨ ਪ੍ਰਾਪਤ ਹੋ ਜਾਂਦਾ ਤੇ ਉਹਨੂੰ ਮਹਾਰਾਜ ਨੇ ਕਿਹਾ ਉਹ ਸੁੱਖਾਂ ਦੀ ਮਣੀ ਹੈ, ਉਹ ਸੁੱਖਾਂ ਦੀ ਮਣੀ ਹੈ। ਉਸ ਸੁੱਖਾਂ ਦੀ ਮਣੀ ਨੂੰ ਲੈ ਕੇ ਮਨ ਨੂੰ ਹਰ ਤਰੀਕੇ ਦਾ ਸੁੱਖ ਪ੍ਰਾਪਤ ਹੁੰਦਾ ਹੈ। ਕੀ ਪ੍ਰਾਪਤ ਹੁੰਦਾ? ਸੁੱਖ। ਹਰ ਤਰੀਕੇ ਦਾ ਭੋਜਨ ਛਕ ਸਕਦਾ ਆ, 56 ਪ੍ਰਕਾਰ ਦੇ। ਹਰ ਨਾਮ ਹਮਾਰੇ ਭੋਜਨ 36 ਪ੍ਰਕਾਰ। ਮਰਜੀ ਚਾਹੇ ਜਿੱਦਾਂ ਦਾ ਪਦਾਰਥ ਛਕ ਸਕਦਾ ਆ, ਮਰਜੀ ਚਾਹੇ ਜਿੰਨਾ ਦਾ ਜਿਤਨਾ ਵੀ ਅੱਛਾ ਚੰਗਾ ਕਪੜਾ ਪਾ ਸਕਦਾ ਆ, ਉਹਨੂੰ ਇਹਨੂੰ ਉਹ ਕਪੜਾ ਰੰਗਿਆ ਹੋਇਆ ਮਿਲੂਗਾ, ਹਾਂਜੀ ਭਾਈ ਸਾਹਿਬ ਜੀ। ਗੁਰਮੁਖ ਪਿਆਰਿਓ, ਇਹ ਸ਼ਬਦ ਪੜੋ, ਜਿਹੜਾ ਸ਼ਬਦ ਆ ਹਰ ਨਾਮ ਮਜੀਠੈ ਰੰਗਰੀ, ਇਹਦੇ ਵਿੱਚ ਉਹ ਮਹਾਰਾਜ ਨੇ ਭੇਦ ਦਿੱਤਾ ਹੈ ਨਾਮ ਦਾ। ਤੇ ਨਾਮ ਦੇ ਰਾਹੀਂ ਸੁਰਤ ਇਹਨੂੰ ਕੱਪੜਾ ਮਿਲਦਾ ਆ, ਉਹ ਰੰਗ ਜਾਂ ਕਿ ਏਦਾਂ ਹੌਲੀ ਹੌਲੀ ਜਦੋਂ ਆਪਾਂ ਪ੍ਰੈਕਟੀਕਲੀ ਨਾਮ ਦੇ ਰਾਹੀਂ ਖੇਡ ਨੂੰ ਸਮਝਦੇ ਆ, ਨਾਮ ਜਿਸ ਜੀਵ ਨੂੰ ਪ੍ਰਗਟ ਹੋ ਜਾਂਦਾ ਆ, ਨਾਮ ਜਿਸ ਜੀਵ ਨੂੰ ਪ੍ਰਗਟ ਹੋ ਜਾਂਦਾ ਆ, ਫਿਰ ਅੱਗੋਂ ਦਾ ਉਹ ਖਜ਼ਾਨਾ ਮਿਲਣਾ ਸ਼ੁਰੂ ਹੋ ਜਾਂਦਾ ਹੈ। ਲੇਕਿਨ ਉਹ ਨਾਮ ਦੇ ਰਾਹੀਂ ਮਿਲਦਾ ਆ, ਨਾਮ ਦੇ ਰਾਹੀਂ ਮਿਲਦਾ ਆ। ਆਪਾਂ ਕਈ ਵਾਰ ਜਦੋਂ ਮਨ ਜਾਗਿਆ ਹੋਇਆ ਨਹੀਂ ਹੁੰਦਾ ਤੇ ਮਨ ਇਹ ਸੋਚਦਾ ਕਿ ਨਾਮ ਮਿਲ ਗਿਆ, ਕੇਵਲ ਮੈਨੂੰ ਆਵਾਜ਼ ਸੁਣ ਗਈ, ਮੈਨੂੰ ਆਵਾਜ਼ ਸੁਣ ਗਈ। ਕਹਿੰਦਾ ਵੀ ਕਈ ਜੀਵਾਂ ਨੂੰ ਭੁਲੇਖਾ, ਆਪਣੇ ਜਿੰਨੇ ਭੈਣ ਭਰਾ ਬੈਠੇ ਨੇ ਸਾਰੇ ਸਾਰੀ ਗੱਲ ਹੋ ਰਹੀ ਹੈ ਨਾ, ਮਹਾਰਾਜ ਸਾਰਿਆਂ ਨੂੰ ਗਿਆਨ ਦੇ ਰਹੇ ਨੇ, ਉਹਦੇ ਵਿੱਚ ਆਪਾਂ ਸਾਰੇ ਨੇ। ਵੀ ਕਈ ਜੀਵ ਆਪਣੇ ਭੈਣ ਭਰਾ ਕਹਿੰਦੇ ਨੇ ਵੀ ਸਾਨੂੰ ਤਿੱਖੀ ਜਿਹੀ ਆਵਾਜ਼ ਸੁਣਦੀ ਆ, ਉਹ ਤਿੱਖੀ ਜਿਹੀ ਆਵਾਜ਼ ਨੂੰ ਇੱਕ ਆਵਾਜ਼ ਹੀ ਜਾਣ ਕੇ ਸਾਲੋਂ ਸਾਲ ਨਿਕਲ ਗਏ। ਕਹਿੰਦੇ ਵੀ ਸਾਨੂੰ ਏਦਾਂ ਇਹ ਸ਼ਬਦ ਆਪਾਂ ਵਰਤਣਾ ਨਹੀਂ ਚਾਹੀਦਾ, ਲੇਕਿਨ ਸਮਝਾਉਣ ਵਾਸਤੇ ਵਰਤਦੇ ਨੇ। ਕਈ ਜੀਵ ਕਹਿੰਦੇ ਨੇ ਸਾਨੂੰ ਪਿੰਡੇ ਜੇ ਸੁਣਦੇ ਨੇ ਜੀ, ਹਨਾ। ਤੇ ਉਹਨਾਂ ਨੂੰ ਸੁਣਦਿਆਂ ਉਹਨਾਂ ਨੂੰ ਰਮਜ ਨਹੀਂ ਸਮਝ ਆਈ, ਉਹਦੀ ਰਮਜ ਨਹੀਂ ਫੜੀ ਮੰਨੇ, ਤੇ ਸਾਲੋਂ ਸਾਲ ਨਿਕਲ ਗਏ, ਸਾਲੋਂ ਸਾਲ ਨਿਕਲ ਗਏ। ਕਈ ਨੂੰ ਭੁਲੇਖਾ ਪਾਤਾ, ਕਹਿੰਦੇ ਇਹ ਤਾਂ ਕਾਲ ਦੇ ਇਲਾਕੇ ਦੇ ਸ਼ਬਦ ਨੇ, ਇਹ ਪੌਣ ਦੇ ਸ਼ਬਦ ਨੇ, ਇਹ ਪੌਣ ਦੇ ਸ਼ਬਦ ਨੇ। ਗੁਰਮੁਖ ਪਿਆਰਿਓ, ਸ਼ਬਦ ਇੱਕ ਹੀ ਆ, ਸ਼ਬਦ ਇੱਕ ਹੀ ਆ। ਲੇਕਿਨ ਜਦੋਂ ਮਨ ਨੇਤਰਾਂ ਦੇ ਵਿੱਚ ਬੈਠਾ ਹੁੰਦਾ ਆ ਤੇ ਪੌਣ ਦੇ ਇਲਾਕੇ ਦੇ ਵਿੱਚ ਹੁੰਦਾ ਆ, ਇਹ ਪੌਣ ਦੇ ਵਿੱਚ ਨੂੰ ਛਨ ਕੇ ਸੁਣ ਰਹੇ ਨੇ, ਪੌਣ ਦੇ ਵਿੱਚ ਛਨ ਕੇ ਸੁਣ ਰਹੇ ਨੇ। ਸ਼ਬਦ ਉਹੀ ਆ, ਸ਼ਬਦ ਉਹੀ ਆ। ਲੇਕਿਨ ਜਦੋਂ ਮਨ ਅੰਦਰੋਂ ਜਾਗ ਜਾਂਦਾ ਆ, ਬ੍ਰਹਮਗਨੀ ਪ੍ਰਗਟ ਹੁੰਦੀ ਆ, ਮਨ ਜਾਗ ਜਾਂਦਾ ਆ, ਦਸਮ ਦੁਆਰ ਖੁੱਲ ਜਾਂਦਾ ਆ, ਦਸਮ ਦੁਆਰ ਖੁੱਲ ਜਾਂਦਾ ਆ। ਬੈਠਾ ਨੇਤਰਾਂ ਦੇ ਵਿੱਚ ਪੌਣ ਦੇ ਵਿੱਚ ਨੂੰ ਛਨ ਕੇ ਉਹ ਆਵਾਜ਼ ਆ ਰਹੀ ਹੁੰਦੀ ਹੈ, ਤੇ ਉਹਨੂੰ ਕਹਿ ਦਿੰਦਾ ਵੀ ਪੌਣ ਦੇ ਸ਼ਬਦ ਆ। ਇਹ ਅਵਸਥਾ ਆ ਇੱਕ, ਚਲੋ ਇਹਨੂੰ ਵੀ ਵਿਚਾਰ ਲੈਂਦੇ ਆ। ਸ਼ਬਦ ਉਹੀ ਆ। ਜਦੋਂ ਪ੍ਰੋਪਰ 9 ਦੇ 9 ਦਰਾਂ ਨੂੰ ਬੰਦ ਕਰਕੇ ਜਾਂਦਾ ਆ, ਤੇ ਉਹੀ ਸ਼ਬਦ ਮਸਤਕ ਦੇ ਬਲ ਪੌਣ ਦੇ ਇਲਾਕੇ ਤੋਂ ਉੱਪਰ ਸੁਣਨ ਲੱਗਦਾ ਆ, ਪੌਣ ਦੇ ਇਲਾਕੇ ਤੋਂ ਉੱਪਰ ਸੁਣਦਾ। ਉੱਥੋਂ ਪ੍ਰੋਪਰ ਬੈਠ ਕੇ ਭਗਤੀ ਕਰਦਾ ਆ, ਪ੍ਰੋਪਰ ਬੈਠ ਕੇ ਭਗਤੀ ਕਰਦਾ। ਉਹੀ ਆਵਾਜ਼ ਜਦੋਂ ਨੇਤਰਾਂ ਦੇ ਵਿੱਚ ਆ ਜਾਂਦਾ ਆ, ਨੇਤਰਾਂ ਦੇ ਵਿੱਚ ਆ ਜਾਂਦਾ ਹੈ, ਉਹੀ ਸ਼ਬਦ ਇਹਨੂੰ ਫੇਰ ਵੀ ਸੁਣਦੇ ਆ। ਲੇਕਿਨ ਉਹ ਪੌਣ ਦੇ ਵਿੱਚ ਨੂੰ ਹੋ ਕੇ ਮਨ ਆ ਗਿਆ ਹੈ, ਇਸ ਕਰਕੇ ਪੌਣ ਦੇ ਵਿੱਚ ਨੂੰ ਛਨ ਕੇ ਉਹ ਆਵਾਜ਼ ਆ ਰਹੀ ਹੈ। ਇਹ ਫਰਕ ਆ ਉਹਦੇ ਵਿੱਚ, ਇਹ ਸ਼ਬਦ ਦੇ ਵਿੱਚ ਇਹ ਫਰਕ ਆ। ਉਹਨੂੰ ਕਹਿੰਦੇ ਨੇ ਇਹ ਪੌਣ ਦੇ ਸ਼ਬਦ ਨੇ, ਇਹ ਪੌਣ ਦੇ ਸ਼ਬਦ ਨਹੀਂ ਆ। ਉਹ ਇਸ ਕਰਕੇ ਪੌਣ ਦੇ ਸ਼ਬਦ ਨਹੀਂ ਆ ਕਿਉਂਕਿ ਜਦ ਮਨ ਪ੍ਰੋਪਰ 9 ਦੇ 9 ਦਰ ਪੌਣ ਦੇ ਰਾਹੀਂ ਦਰਵਾਜ਼ਾ ਬੰਦ ਕਰ ਗਿਆ, ਤੇ ਉਹੀ ਸ਼ਬਦ ਇਹਨੂੰ ਦਸਮ ਦੁਆਰ ਦੇ ਵਿੱਚ ਸੁਣਦਾ ਆ। ਲੇਕਿਨ ਦਰ ਬੰਦ ਹੋ ਜਾਂਦੇ ਨੇ, ਦਰ ਬੰਦ ਹੋ ਜਾਂਦਾ। ਲੇਕਿਨ ਜਦੋਂ ਨੇਤਰਾਂ ਦੇ ਵਿੱਚ ਆਂਦਾ ਆ, ਨੇਤਰਾਂ ਦੇ ਵਿੱਚ ਆਂਦਾ ਆ, ਕੰਨਾਂ ਦੇ ਵਿੱਚ ਆਵਾਜ਼ ਚੱਲ ਰਹੀ ਆ, ਕੰਨਾਂ ਦੇ ਵਿੱਚ ਆਵਾਜ਼ ਚੱਲ ਰਹੀ ਆ। ਤੇ ਕਈ ਨੂੰ ਭੁਲੇਖਾ ਹੁੰਦਾ ਵੀ ਇਹ ਤਾਂ ਪੌਣ ਦੇ ਸ਼ਬਦ ਨੇ, ਇਹ ਤਾਂ ਪੌਣ ਦੇ ਸ਼ਬਦ ਨੇ। ਸ਼ਬਦ ਉਹੀ ਹੈ, ਲੇਕਿਨ ਪੌਣ ਦੇ ਵਿੱਚ ਨੂੰ ਛਨ ਕੇ ਆ ਰਹੇ। ਉਹ ਮਨ ਜਦੋਂ ਪ੍ਰੋਪਰ ਬੰਦ ਕਰਕੇ ਜਾਊਗਾ, ਦਰਾਂ ਨੂੰ ਪ੍ਰੋਪਰ ਬੰਦ ਕਰਕੇ ਜਾਊਗਾ, ਉਹੀ ਸ਼ਬਦ ਇਹਨੂੰ ਪੌਣ ਦੇ ਇਲਾਕੇ ਤੋਂ ਉੱਪਰ ਵੀ ਸੁਣੂਗਾ। ਸ਼ਬਦ ਉਹੀ ਆ। ਇਸੀ ਤਰੀਕੇ ਨਾਲ ਅੰਮ੍ਰਿਤ ਰਸ ਵੀ ਇੱਕ ਹੀ ਆ, ਅੰਮ੍ਰਿਤ ਰਸ ਵੀ ਇੱਕ ਹੀ ਆ। ਜਦੋਂ ਮਨ ਨੇਤਰਾਂ ਦੇ ਵਿੱਚ ਆ ਕੇ ਬਹਿ ਜਾਂਦਾ ਆ, ਜਦੋਂ ਮਨ ਨੇਤਰਾਂ ਦੇ ਵਿੱਚ ਆ ਕੇ ਬਹਿ ਜਾਂਦਾ ਆ, ਪੌਣ ਸਮ ਹੁੰਦੀ ਆ, ਪੌਣ ਸਮ ਹੁੰਦੀ ਆ। ਪੌਣ ਦੀ ਗ੍ਰਾਹੀ ਸਿਮਰਨ ਕਰਕੇ ਸਮ ਹੋ ਜਾਂਦੀ ਆ। ਦਰ ਤੇ ਮਨ ਦਾ ਆਣਾ ਜਾਣਾ ਹੋਣ ਲੱਗਦਾ ਆ, ਜਿੱਥੋਂ ਸਹਿਜ ਧੁਨ ਪ੍ਰਗਟ ਹੋ ਜਾਂਦੀ ਹੈ, ਜਿੱਥੇ ਸਹਿਜ ਧੁਨ ਪ੍ਰਗਟ ਹੋ ਜਾਂਦੀ। ਫਿਰ ਮਾਲਿਕ ਬੱਚੇ ਨੂੰ ਅੰਮ੍ਰਿਤ ਰਸ ਵੀ ਦੇਣੇ ਸ਼ਬਦ ਦੇ ਰਾਹੀਂ।
ਉਸ ਅੰਮ੍ਰਿਤ ਰਸ ਵੀ ਮਨ ਪਾਉਣ ਦੇ ਵਿੱਚ ਹੋ ਕੇ ਕਾਇਆ ਦੇ ਵਿੱਚ ਨੂੰ ਗਿਆ ਆ, ਕਿਉਂਕਿ ਇਹ ਸਰੀਰ ਦੇ ਵਿੱਚ ਮਨ ਪਾਉਣ ਦੇ ਰਾਹੀਂ ਜਾਗਦਾ ਆ, ਤੇ ਪਾਉਣ ਦੇ ਰਾਹੀਂ ਜਾ ਕੇ ਨੇਤਰਾਂ 'ਚ ਬੈਠਾ ਆ। ਲੇਕਿਨ ਜਦੋਂ ਇਹਦੀ ਪਾਉਣ ਸਮ ਹੋ ਜਾਂਦੀ ਆ, ਜਿਤਨੀ ਦੇਰ ਪਾਉਣ ਸਮ ਨਹੀਂ ਹੈ ਉਤਨੀ ਦੇਰ ਆ, ਜਿਤਨੀ ਦੇਰ ਪਾਉਣ ਸਮ ਨਹੀਂ ਹੈ ਉਤਨੀ ਦੇਰ ਆ ਕੈਦ ਆ, ਉਤਨੀ ਦੇਰ ਆ ਕੈਦ ਆ। ਲੇਕਿਨ ਜਦੋਂ ਇਹਦੀ ਪਾਉਣ ਸਮ ਹੋ ਗਈ ਤੇ ਇਹਦਾ ਦਰਵਾਜ਼ਾ ਖੁੱਲ ਗਿਆ। ਉਸ ਦਰਵਾਜ਼ੇ ਖੁੱਲਣ ਦੀ ਪਹਿਲੀ ਨਿਸ਼ਾਨੀ ਸਹਿਜ ਧੁਨ ਪ੍ਰਗਟ ਹੋਣਾ ਆ। ਉਸ ਦਰ ਦੀ ਖੁੱਲਣ ਦੀ ਨਿਸ਼ਾਨੀ ਭਗਤ ਕਬੀਰ ਜੀ ਦੱਸ ਰਹੇ ਨੇ, ਕਹਿੰਦੇ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ, ਤੇਰੇ ਦੁਆਰੇ ਧੁਨ ਸਹਿਜ ਕੀ ਮਾਥੇ ਮੇਰੇ ਦਗਾਈ। ਇਹਦਾ ਦਰ ਖੁੱਲ ਗਿਆ ਆ ਤਾਂ ਕਿ ਸਹਿਜ ਧੁਨ ਸੁਣ ਰਹੀ ਆ। ਇਸ ਕਰਕੇ ਸਭ ਤੋਂ ਪਹਿਲੀ ਜਦੋਂ ਆਵਾਜ਼ ਸੁਣਦੀ ਆ ਜਿਹੜੀ ਲਗਾਤਾਰ ਚੱਲ ਰਹੀ ਆ, ਉਹਨੂੰ ਸਹਿਜ ਧੁਨ ਮਹਾਰਾਜ ਨੇ ਕਿਹਾ, ਉਹਨੂੰ ਸਹਿਜ ਧੁਨ ਕਿਹਾ। ਉਹ ਸਹਿਜ ਧੁਨ ਨੂੰ ਸੁਣ ਰਿਹਾ ਆ। ਉਹ ਕਿੱਥੋਂ ਸੁਣ ਰਹੀ ਆ? ਮਾਲਿਕ ਦੇ ਦਰ ਤੇ। ਭਗਤ ਕਬੀਰ ਜੀ ਮੋਹਰ ਲਾ ਰਹੇ ਨੇ। ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ ਕਿ ਉਸ ਮਾਲਿਕ ਦੀ ਆਵਾਜ਼ ਨਹੀਂ ਹੈ। ਤੇਰਾ ਮੁਖ ਸੁਹਾਵਾ ਜੀ, ਉਹ ਸਹਿਜ ਧੁਨ ਬਾਣੀ ਮਾਲਿਕ ਦੇ ਹੀ ਮੁਖ ਦੀ ਆਵਾਜ਼ ਆ, ਲੇਕਿਨ ਸੁਣ ਰਹੀ ਆ ਇਹਨੂੰ। ਲੇਕਿਨ ਇਹਦੀ ਪੌਣ ਸਮ ਹੋ ਗਈ ਤਾਂ ਸੁਣ ਰਹੀ ਆ। ਜੇ ਇਹਦੀ ਪੌਣ ਦੁਬਾਰਾ ਵਿਗੜ ਗਈ, ਇਹਨੂੰ ਸੁਣਨ ਬੰਦ ਹੋ ਜਾਊਗੀ, ਇਹਨੂੰ ਸੁਣਨੀ ਬੰਦ ਹੋ ਜਾਊਗੀ। ਪੌਣ ਜਿੱਦਾਂ ਸਮ ਹੁੰਦੀ ਆ, ਇਹ ਮਨ ਰਜੋ ਤਮੋ ਸਤੋ ਦੇ ਵਿੱਚ ਦੌੜਨਾ ਬੰਦ ਕਰਦਾ ਆ, ਸਹਿਜ ਦੇ ਵਿੱਚ ਆਂਦਾ ਆ। ਜਦੋਂ ਸਹਿਜ ਦੇ ਵਿੱਚ ਆਂਦਾ ਤੇ ਇਹਨੂੰ ਸਹਿਜ ਧੁਨ ਸੁਣਨ ਲੱਗਦੀ ਆ। ਸਹਿਜ ਧੁਨ ਦੇ ਨਾਲ ਨਾਲ ਇਹਨੂੰ ਅੰਮ੍ਰਿਤ ਰਸ ਆਉਣਾ ਸ਼ੁਰੂ ਹੋ ਜਾਂਦਾ। ਲੇਕਿਨ ਮਨ ਪੌਣ ਦੇ ਇਲਾਕੇ 'ਚ ਬੈਠਾ ਆ, ਲੇਕਿਨ ਪੌਣ ਸਮਿਆ, ਪੌਣ ਸਮਿਆ। ਇਸ ਕਰਕੇ ਇਹਨੂੰ ਸਹਿਜ ਧੁਨ ਸੁਣਦੀ ਆ। ਨਾਲ ਹੀ ਨਾਲ ਉਸੀ ਪੌਣ ਦੇ ਵਿੱਚ ਨੂੰ ਛਣ ਕੇ ਇਹਨੂੰ ਅੰਮ੍ਰਿਤ ਰਸ ਵੀ ਆ ਜਾਂਦਾ ਆ। ਜਿੱਦਾਂ ਉਹ ਸ਼ਬਦ ਸੁਣਦਾ ਆ ਨਾ, ਉਸੀ ਤਰੀਕਾ ਸ਼ਬਦ ਦੇ ਨਾਲ ਅੰਮ੍ਰਿਤ ਰਸ ਵੀ ਆਂਦਾ ਆ। ਜਦੋਂ ਆਪਾਂ ਕਹਿੰਦੇ ਵੀ ਦਿਨ ਦੇ ਵਿੱਚ ਵੀ ਆਮ ਵਿਚਰਦਿਆਂ ਹੋਇਆ ਵੀ ਬਿਨਾਂ ਮਿੱਠਾ ਖਾਏ ਉਹ ਮਿੱਠਾ ਰਹਿੰਦਾ, ਅੰਮ੍ਰਿਤ ਰਸ ਉਹੀ ਆ, ਅੰਮ੍ਰਿਤ ਰਸ। ਫਿਰ ਉਸ ਤੋਂ ਬਾਅਦ ਜਦੋਂ ਪ੍ਰੋਪਰ ਸਿਮਰਨ ਦੇ ਰਾਹੀਂ ਕਰਦਿਆਂ ਹੋਇਆਂ 9 ਦੇ 9 ਦਰਾਂ ਨੂੰ ਬੰਦ ਕਰਕੇ, 9 ਦੇ 9 ਦਰਾਂ ਨੂੰ ਬੰਦ ਕਰਕੇ ਉਸ ਸਹਿਜ ਧੁਨ ਨੂੰ ਫੜ ਕੇ ਆਪ ਦੇ ਘਰ ਬੈਠ ਜਾਂਦਾ ਆ, ਆਪ ਦੇ ਘਰ ਬੈਠ ਜਾਂਦਾ ਹੈ। ਫਿਰ ਇਧਰੋਂ ਜਾਗਦਾ ਆ ਪਾਉਣ ਦੇ ਰਾਹੀਂ, ਫਿਰ ਉਧਰੋਂ ਸਹਿਜ ਧੁਨ ਦੇ ਰਾਹੀਂ ਜਾਗਦਾ ਆ, ਉਧਰੋਂ ਨਾਮ ਦੇ ਰਾਹੀਂ ਜਾਗਦਾ ਆ। ਕਿਹਦੇ ਰਾਹੀਂ? ਨਾਮ ਦੇ ਰਾਹੀਂ। ਜਦੋਂ ਨਾਮ ਦੇ ਰਾਹੀਂ ਪ੍ਰੋਪਰ ਉਧਰ ਜਾਗਦਾ ਆ ਤਾਂ ਇੱਧਰ ਸੋ ਜਾਂਦਾ ਆ, ਇੱਧਰ ਸੋ ਜਾਂਦਾ ਆ। ਜਦੋਂ ਫਿਰ ਉਧਰ ਜਾਗਦਾ ਆ ਤੇ ਉਹੀ ਅੰਮ੍ਰਿਤ ਰਸ ਇਹਨੂੰ ਉਧਰ ਕੁੰਟੇ ਦੇ ਰੂਪ ਦੇ ਵਿੱਚ ਮਿਲਦਾ ਆ। ਉਹ ਅੰਮ੍ਰਿਤ ਕੁੰਟਾ ਜਿਹੜਾ ਭਰਿਆ ਹੋਇਆ ਆ, ਉਹਦੇ ਵਿੱਚ ਤੇ ਫਿਰ ਸ਼ਬਦ ਕਾਢ ਪਿਓ ਪਨਹਾਰੀ, ਹੈਨਾ। ਫਿਰ ਸ਼ਬਦ ਦੇ ਰਾਹੀਂ, ਸ਼ਬਦ ਕੀ ਆ? ਇਹ ਜਿਹੜਾ ਸ਼ਬਦ ਸੁਣਦਾ ਆ, ਇਹਦੇ ਰਾਹੀਂ ਕੱਢ ਕੇ ਉੱਥੇ ਪੀ ਲੈਂਦਾ ਆ, ਉੱਥੇ ਕੱਢ ਕੇ ਪੀ ਲੈਂਦਾ। ਉਹੀ ਅੰਮ੍ਰਿਤ ਰਸ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜ ਕਰਕੇ ਵੀ ਕਾਇਆ 'ਚ ਅੰਦਰ ਪੀ ਲੈਂਦਾ ਆ। ਪਹਿਲੇ ਜਦੋਂ ਅੰਦਰ ਮੰਥਨ ਕਰਦਾ ਆ ਤੇ ਉਹ ਸ਼ਬਦ ਪ੍ਰਗਟ ਹੋ ਜਾਂਦਾ ਆ, ਤੇ ਫਿਰ ਉਹ ਕਾਇਆ ਦੇ ਵਿੱਚ ਰਹਿੰਦੇ ਹੋਏ ਵੀ ਉਸ ਅੰਮ੍ਰਿਤ ਰਸ ਨੂੰ ਪੀ ਲੈਂਦਾ ਆ। ਫਿਰ ਅੱਗੋਂ ਜਿਹੜਾ ਸ਼ਬਦ ਆ ਨਾਮ ਨਿਰੰਜਨ, ਉੱਥੋਂ ਜਾ ਕੇ ਵੀ ਇਹ ਜਿਹੜਾ ਕੁੰਟਾ ਭਰਿਆ, ਉੱਥੇ ਮਰਜ਼ੀ ਚਾਹੇ ਉਹ ਸੁਖ ਮਹਿਲ ਦੇ ਵਿੱਚ ਜਾ ਕੇ ਮਰਜ਼ੀ ਚਾਹੇ ਜਿਤਨਾ ਪੀ ਸਕਦਾ ਆ, ਉੱਥੋਂ ਮਰਜ਼ੀ ਚਾਹੇ ਜਿਤਨਾ ਪੀ। ਅੰਮ੍ਰਿਤ ਰਸ ਉਹੀ ਹੈ, ਅੰਮ੍ਰਿਤ ਰਸ ਉਹੀ ਹੈ। ਇਸ ਕਰਕੇ ਇਸ ਭੁਲੇਖੇ ਦੇ ਵਿੱਚ ਕਿਸੇ ਨੇ ਨਹੀਂ ਰਹਿਣਾ, ਇਸ ਭੁਲੇਖੇ ਦੇ ਵਿੱਚ ਕਿਸੇ ਨੇ ਨਹੀਂ ਰਹਿਣਾ ਕਿ ਇਹ ਸ਼ਬਦ ਪਾਉਣਦੇ ਨੇ, ਪਾਉਣਦੇ ਨਹੀਂ ਹੈ। ਉਹ ਸ਼ਬਦ ਪਾਉਣ ਸਮ ਹੋਈ ਆ ਤਾਂ ਉਹ ਸ਼ਬਦ ਪ੍ਰਗਟ ਹੋਏ ਨੇ। ਇਹ ਅਵਸਥਾ ਹੈ, ਇੱਕ ਅਵਸਥਾ ਹੈ। ਇਹ ਤੋਂ ਉੱਪਰ ਅਵਸਥਾ ਇਹ ਆ ਕਿ ਮਨ ਜਦ 9 ਦੇ 9 ਬੰਦ ਹੁੰਨੇ ਆ ਇਹਦੇ, ਫਿਰ ਉਹੀ ਸ਼ਬਦ ਇਹਨੂੰ ਨਿਜਪਤ ਤੋਂ, ਦਸਮ ਦੁਆਰ ਤੋਂ ਉੱਥੇ ਸੁਣਨ ਲੱਗਦਾ ਆ। ਫਿਰ ਉੱਥੋਂ ਬੈਠ ਕੇ ਨਿਜਪਤ ਤੋਂ ਮਨ ਧਿਆਨ ਲਾਉਂਦਾ ਸ਼ਬਦ ਦੇ ਵਿੱਚ, ਉੱਥੋਂ ਭਗਤੀ ਕਰਦਾ ਆ, ਉੱਥੋਂ ਭਗਤੀ ਕਰਦਾ ਆ। ਉੱਥੋਂ ਨਿਜਪਤ ਤੋਂ ਜਿਹੜਾ ਦਰ ਤੇ ਮਨ ਪਹੁੰਚਦਾ ਆ, ਉੱਥੋਂ ਮਨ ਉਸ ਸੁੰਨ ਸਰੋਵਰ ਦੇ ਵਿੱਚ ਨਾਮ ਦੇ ਰਾਹੀਂ ਇਸ਼ਨਾਨ ਵੀ ਕਰਦਾ ਆ। ਕੀ ਕਰਦਾ ਆ? ਇਸ਼ਨਾਨ ਵੀ ਕਰਦਾ, ਜਿਹਨੂੰ 68 ਤੀਰਥ ਕਿਹਾ, ਜਿਹਨੂੰ 68 ਤੀਰਥ ਕਿਹਾ। ਇਹ ਬਹੁਤ ਬਰੀਕੀ ਮਹਾਰਾਜ ਨੇ ਸਮਝਾਈ ਹੈ ਗੁਰਬਾਣੀ ਦੇ ਵਿੱਚ, ਬਹੁਤ ਬਰੀਕੀ ਸਮਝਾਈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਉਹ 68 ਤੀਰਥ ਮਨ ਦੇ ਨਾਲ ਹੀ ਨੇ, ਜਿਹਦੇ ਅੰਦਰ ਨਾਮ ਪ੍ਰਗਟ ਹੋ ਗਿਆ। ਉਹ 68 ਤੀਰਥ, ਉਹ ਮਜਨ, ਉਹ 68 ਤੀਰਥ ਉਹਦੇ ਨਾਲ ਹੀ ਘੁੰਮਦੇ ਨੇ। ਕਿਸ ਰੂਪ ਦੇ ਵਿੱਚ? ਨਾਮ ਰੂਪ ਦੇ ਵਿੱਚ। ਜਿਹੜਾ ਮਨ ਹੁਕਮ ਦੇ ਵਿੱਚ ਆ ਜਾਂਦਾ, ਉਹ 68 ਤੀਰਥ ਉਹਦੇ ਨਾਲ ਹੀ ਤੁਰੇ ਫਿਰਦੇ ਨੇ, ਨਾਲ ਹੀ ਤੁਰੇ ਫਿਰਦੇ ਨੇ। ਹੁਣ ਮਨ ਤਾਂ ਥੱਲੇ ਵੀ ਆਂਦਾ ਖੇਡਣ, ਲੇਕਿਨ ਮਨ ਨੂੰ ਇੱਕ ਖੇਡ ਸਮਝਾਈ ਆ, ਖੇਡ ਸਮਝਾਈ ਆ ਵੀ ਤੂੰ ਆਪਦੀ ਪੌਣ ਬਹੁਤ ਹੱਦ ਤੱਕ ਹੁਕਮ 'ਚ ਖੇਲ ਕੇ ਸਮ ਰੱਖਣੀ ਆ, ਤਾਂ ਕਿ ਤੇਰੀ ਲਿਵ ਨਾਮ ਨਾਲ ਦੁਬਾਰਾ ਨਾ ਟੁੱਟੇ।
ਦੁਬਾਰਾ ਨਾ ਟੁੱਟੇ। ਜੇ ਤੂੰ ਨਾਮ ਦੇ ਨਾਲ ਲਿਵ ਨਹੀਂ ਤੋੜਦਾ ਤੇ ਉੱਥੇ ਵੀ ਤੇਰਾ ਖਾਣਾ ਤੈਨੂੰ ਭਿਜਵਾਇਆ ਜਾਊਗਾ, ਉਹ ਪਾਉਣ ਦੇ ਵਿੱਚ ਛਣ ਕੇ ਜਾਊਗਾ, ਉਹ ਪਾਉਣ ਦੇ ਵਿੱਚ ਛਣ ਕੇ ਜਾਊਗਾ। ਉਹੀ ਸ਼ਬਦ, ਉਹੀ ਨਾਮ ਪਾਉਣ ਦੇ ਵਿੱਚ ਨੂੰ ਛਣ ਕੇ ਉੱਥੋਂ ਜਿਹੜਾ ਤੇਰਾ ਆਧਾਰ ਆ ਉੱਥੋਂ ਪਹੁੰਚੂਗਾ। ਲੇਕਿਨ ਤੇਰੀ ਪੌਣ ਸਮ ਹੋਣੀ ਚਾਹੀਦੀ ਆ, ਪਾਉਣ ਦਾ ਏਰੀਆ, ਉਹ ਪਾਉਣ ਦਾ ਏਰੀਆ ਆ। ਤੇ ਜਦੋਂ ਤੂੰ ਪਾਉਣ ਦੇ ਏਰੀਆ ਦੇ ਵਿੱਚ ਖੇਡੇਗਾ, ਇਹਨੂੰ ਕਿਹਾ ਹੁਕਮੀ ਕਾਰ ਕਮਾਹੂ, ਹੁਕਮੀ ਕਾਰ ਕਮਾਹੂ। ਕਹਿੰਦੇ ਹੁਕਮ ਦੇ ਵਿੱਚ ਰਹਿ ਕੇ ਜੇ ਤੂੰ ਕਾਰ ਕਮਾਏਗਾ ਤੇ ਤੇਰਾ ਰਿਜਕ, ਮਨ ਦਾ ਰਿਜਕ, ਅੰਮ੍ਰਿਤ ਰਸ ਤੇਰੀ ਉਸ ਰਸਨਾ ਤੇ ਵੀ ਭੇਜਿਆ ਜਾਊਗਾ ਜਿਸ ਕਾਇਆ ਦੇ ਵਿੱਚ ਤੂੰ ਖੇਡਣ ਗਿਆ ਆ। ਇਸ ਕਰਕੇ ਆਪਾਂ ਨੂੰ ਇਹ ਦ੍ਰਿਸ਼ਟਮਾਨ ਬੋਡੀ ਦੇ ਵਿੱਚ ਰਹਿੰਦੇ ਹੋਇਆ ਵੀ ਬਿਨਾਂ ਮਿੱਠਾ ਖਾਏ ਮੂੰਹ ਮਿੱਠਾ ਹੁੰਦਾ ਆ। ਉਹ ਕਿੱਥੋਂ ਆ ਰਿਹਾ ਆ? ਸੁਖਮ ਦੇ ਵਿੱਚ ਤੇ ਆ ਰਿਹਾ ਆ, ਸੁੰਨ ਦੇ ਵਿੱਚ ਤੇ ਆ ਰਿਹਾ ਆ। ਤੇ ਅੰਮ੍ਰਿਤ ਰਸ ਉਹੀ ਹੈ, ਅੰਮ੍ਰਿਤ ਰਸ ਉਹੀ ਹੈ। ਇਸ ਸਮੇਂ ਮਨ ਨਾਮ ਦੇ ਰਾਹੀਂ ਬਣਜ ਕਰਨ ਆ ਗਿਆ ਤੇ ਖਾਣਾ ਤਾਂ ਨਾਲ ਮਹਾਰਾਜ ਨੇ ਦਿੱਤਾ ਨਾ। ਮਨ ਇਤਨੇ ਸਮੇਂ ਭੁੱਖਾ ਤਾਂ ਨਹੀਂ ਰਹੂਗਾ ਨਾ, ਰਿਜਕ ਤਾਂ ਇਹਨੂੰ ਇੱਥੇ ਵੀ ਚਾਹੀਦਾ ਹੈ ਨਾ, ਇਹ ਖਾਣਾ ਤਾਂ ਇਹਦਾ ਇੱਥੇ ਵੀ ਚਾਹੀਦਾ ਹੈ ਨਾ। ਇਹ ਤਾਂ ਨਹੀਂ ਹੈ ਚਾਰ ਪਹਿਰਾਂ ਨੂੰ ਖੇਲਣ ਆਇਆ, ਪਹਿਰੇ ਦੀ ਸਜ਼ਾ ਦੇ ਦੀ ਮਾਲਿਕ ਨੇ, ਤੂੰ ਚਾਰ ਪਹਿਰ ਭੁੱਖਾ ਰਹੇਗਾ। ਮਹਾਰਾਜ ਜੀ ਨੂੰ ਇਹ ਦੱਸਿਆ ਜੋ ਹੁਕਮ ਚ ਖੇਲੇਗਾ ਤੇ ਤੈਨੂੰ ਤੇਰਾ ਖਾਣਾ ਪ੍ਰੋਪਰ ਉੱਥੇ ਜਾਂਦਾ ਰਹੂਗਾ, ਜਿੱਦਾਂ ਮਾਂ ਦੇ ਗਰਭ ਦੇ ਵਿੱਚ ਜਾਂਦਾ ਰਿਹਾ। ਮਾਂ ਦੇ ਉੱਥੇ ਵੀ ਤਾਂ ਤੂੰ ਮਾਂ ਦੇ ਗਰਭ ਦੇ ਵਿੱਚ ਥਾ, ਉਸ ਅਗਨ ਦੇ ਵਿੱਚ ਥਾ, ਤੇ ਉਸ ਅਗਨ ਦੇ ਵਿੱਚ ਵੀ ਤਾਂ ਤੈਨੂੰ ਪਾਲਿਆ ਨਾ ਮਾਲਿਕ ਨੇ। ਕਿਵੇਂ ਪਾਲਾ? ਅੰਮ੍ਰਿਤ ਰਸ ਦੇ ਰਾਹੀਂ, ਨਾਮ ਦੇ ਰਾਹੀਂ। ਤੇ ਇਸੇ ਤਰੀਕੇ ਨਾਲ ਤੂੰ ਹੁਣ ਮਾਇਆ ਦੇ ਗਰਭ ਚ ਆ ਗਿਆ। ਹੁਣ ਕਾਹਦੇ ਵਿੱਚ ਆ ਗਿਆ? ਮਾਇਆ ਦੇ। ਜੇ ਤੂੰ ਨਾਮ ਦੇ ਨਾਲ ਜਾਗ ਗਿਆ, ਤੈਨੂੰ ਹੁਕਮ ਦੀ ਪਹਿਚਾਨ ਆ ਗਈ, ਤੇ ਉਹ ਤੇਰਾ ਖਾਣਾ ਦੁਬਾਰਾ ਚੱਲ ਪਊਗਾ। ਉਹ ਖਾਣਾ ਤੇਰਾ ਜਿੱਦਾਂ ਤੂੰ 9 ਮਹੀਨੇ ਮਾਰੇ ਗਰਭ ਚ ਰਿਹਾ, ਹੁਣ ਏਦਾਂ ਤੂੰ ਇੱਥੇ ਉਤਨਾ ਟਾਈਮ ਇੱਥੇ ਖੇਲੇਗਾ, ਲੇਕਿਨ ਤੈਨੂੰ ਅਗਨ ਨਹੀਂ ਸਾੜੂਗੀ। ਕਿਉਂ? ਕਿਉਂਕਿ ਤੈਨੂੰ ਇੱਥੇ ਪਾਉਣ ਦੇ ਵਿੱਚ ਨੂੰ ਛਣ ਕੇ ਅੰਮ੍ਰਿਤ ਰਸ ਜਾਂਦਾ ਰਹੂਗਾ। ਇਸ ਕਰਕੇ ਤੂੰ ਦੁਖੀ ਨਹੀਂ ਹੋਏਗਾ। ਇਹ ਬਰੀਕੀ ਆ ਗਈ ਨਾ ਹੁਣ ਆਪਾਂ ਨੂੰ ਸਮਝਿਆ ਵੀ ਤੈਨੂੰ ਅਗਨ ਕਿਉਂ ਨਹੀਂ ਸਾੜੂਗੀ। ਇਹ ਤੇਰੀ ਪਾਉਣ ਦੇ ਵਿੱਚ ਨੂੰ ਛਣ ਕੇ ਤੈਨੂੰ ਉਹ ਸ਼ਬਦ ਸੁਣਦਾ ਰਹੂਗਾ ਉੱਥੇ, ਤੇ ਤੂੰ ਸੁਖੀ ਰਹੇਗਾ, ਤੈਨੂੰ ਮਾਇਆ ਨਹੀਂ ਸਾੜੂਗੀ। ਉਹਨੂੰ ਮਹਾਰਾਜ ਨੇ ਭੇਦ ਦਿੱਤਾ, ਕਹਿੰਦੇ ਚੌਗਿਰਦ ਹਮਾਰੇ ਰਾਮ ਕਾ ਦੁੱਖ ਲਗੇ ਨਾ ਭਾਈ, ਤਾਤੀ ਬਾਹੋ ਨਾ ਲਾ ਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਾ ਦੁੱਖ ਲਗੇ ਨਾ ਭਾਈ। ਉਹ ਕਹਿੰਦੇ ਜਿਹੜਾ ਮਾਲਿਕ ਦੇ ਹੁਕਮ ਦੇ ਵਿੱਚ ਆ ਗਿਆ, ਉਹ ਸ਼ਬਦ ਦੇ ਰਾਹੀਂ ਮਾਲਿਕ ਉਹਦਾ ਰੱਖਿਆ ਚੱਕਰ ਬਣਾ ਕੇ ਰੱਖਦੇ ਨੇ। ਉਹਦਾ ਰੱਖਿਆ ਚੱਕਰ ਬਣਾ ਕੇ ਰੱਖਦੇ। ਰੱਖਿਆ ਚੱਕਰ ਦਸੋਂ ਦੁਆਰ ਚ ਹੀ ਨਹੀਂ ਬਣਾਇਆ ਜਾਂਦਾ। ਪੌਣ ਦੇ ਵਿੱਚ ਨੂੰ ਛਣ ਕੇ ਉਹ ਆਵਾਜ਼ ਆ ਰਹੀ ਹੁੰਦੀ ਹੈ। ਮਨ ਤਰਲੋਕੀ ਖੇਡਣੇ ਵੀ ਆਂਦਾ ਤਾਂ ਰੱਖਿਆ ਚੱਕਰ ਨਾਮ ਦਾ ਉਹਦਾ ਬਣਿਆ ਹੋਇਆ ਹੁੰਦਾ ਹੈ। ਜੇ ਉਹ ਲਿਵ ਨਾਮ ਨਾਲ ਜੁੜੀ ਹੁੰਦੀ ਆ, ਉਸ ਨਾਮ ਦੇ ਰਾਹੀਂ ਉਹਨੂੰ ਖਾਣਾ ਵੀ ਆ ਰਿਹਾ ਹੁੰਦਾ ਆ, ਉਹ ਅੰਮ੍ਰਿਤ ਰਸ, ਜਿਹੜਾ ਕਿ ਰਜੋ ਤਮੋ ਸਤੋ ਤੇ ਜਦੋਂ ਵਪਾਰ ਕਰਨਾ ਜਾਂਦਾ, ਜੇ ਹੁਕਮ ਦੇ ਰਾਹੀਂ ਜਾਊਗਾ, ਹੁਕਮ ਦੇ ਰਾਹੀਂ ਜਾਊਗਾ ਤੇ ਅੰਮ੍ਰਿਤ ਰਸ ਆਂਦਾ ਰਹੂਗਾ। ਜੇ ਹੁਕਮ ਤੋਂ ਬਾਹਰ ਹੋ ਗਿਆ, ਅੰਮ੍ਰਿਤ ਰਸ ਉਹ ਪੰਜ ਲੁੱਟ ਲੈਣਗੇ, ਉੱਥੇ ਹੀ ਦਰਵਾਜ਼ਾ ਬੰਦ ਹੋ ਜਾਊਗਾ, ਨਾਮ ਦੇ ਨਾਲ ਟੁੱਟ ਜਾਊਗੀ ਲਿਵ। ਤੇ ਇਸ ਕਰਕੇ ਕੀ ਬਹੁਤ ਸਮਝਾ ਰਹੇ ਨੇ ਮਹਾਰਾਜ ਆਪਾਂ ਨੂੰ। ਕਈ ਵਾਰ ਆਪਾਂ ਭੁਲੇਖੇ ਦੇ ਵਿੱਚ ਆ ਜਾਂਦੇ ਹਾਂ, ਹਨਾ। ਸਾਨੂੰ ਖੇਡ ਇਹ ਸਮਝਾਈ ਆ ਵੀ ਜਦੋਂ ਖੇਲ ਖੇਡਣ ਜਾਣਾ ਆ ਤੇ ਏਦਾਂ ਤੁਸੀਂ ਉੱਥੇ ਵਿਚਰਨਾ ਆ, ਖੇਲ ਹੁਕਮ ਦੇ ਵਿੱਚ ਖੇਲਣੀ ਆ, ਤਾਂ ਕਿ ਤੁਸੀਂ ਬੰਦੀ ਨਾ ਬਣ ਜਾਓ। ਤੇ ਉੱਥੇ ਥੋੜੇ ਖਾਣੇ ਪੀਣੇ ਦਾ ਇੰਤਜ਼ਾਮ ਉੱਥੇ ਵੀ ਥੋੜਾ ਜਾਂਦਾ ਰਹੂਗਾ, ਕਿਉਂਕਿ ਚਾਰ ਪਹਿਰ ਦੀ ਮਾਲਿਕ ਮਨ ਨੂੰ ਸਜ਼ਾ ਨਹੀਂ ਦੇ ਸਕਦੇ। ਇਹ ਨਹੀਂ ਹੈ ਕਿ ਜਦੋਂ ਤੂੰ ਰਾਤ ਨੂੰ ਵਾਪਸ ਆਏਗਾ ਤਾਂ ਤੈਨੂੰ ਖਾਣ ਨੂੰ ਮਿਲੂਗਾ। ਮਨ ਵੀ ਤਾਂ ਚਾਹੀਦਾ ਨਾ ਖਾਣ ਨੂੰ, ਹੈਨਾ। ਮਨ ਕਾਇਆ ਚ ਆਇਆ ਆ, ਮਨ ਦਾ ਖਾਣਾ ਵੱਖਰਾ ਆ, ਮਨ ਦਾ ਖਾਣਾ ਅੰਮ੍ਰਿਤ ਰਸ ਆ। ਤੇ ਮਹਾਰਾਜ ਮਾਲਿਕ ਇਹ ਰੂਲ ਨਹੀਂ ਮਾਲਿਕ ਨੇ ਬਣਾਇਆ ਕਿ ਚਾਰ ਪਹਿਰ ਤੈਨੂੰ ਨਹੀਂ ਮਿਲਣਾ, ਜਦੋਂ ਸੰਝ ਨੂੰ ਖੇਡ ਕੇ ਆਏਗਾ ਤਾਂ ਤੈਨੂੰ ਖਾਣ ਨੂੰ ਮਿਲੂਗਾ। ਮਾਨੇ ਕਿ ਇੱਥੋਂ ਸੁਖ ਮਹਿਲ ਦੇ ਵਿੱਚ ਤਾਂ ਸਾਰਾ ਕੁਝ ਰੱਖਿਆ ਹੋਇਆ, ਲੇਕਿਨ ਜਿੱਦਾਂ ਆਪਾਂ ਕੰਮ ਤੋਂ ਜਾਂਦੇ ਤਾਂ ਟਿਫਿਨ ਤਾਂ ਨਾਲ ਲੈ ਜਾਂਦੇ ਨਾ, ਟਿਫਿਨ ਨਾਲ ਲੈ ਜਾਂਦੇ ਨਾ। ਏਦਾਂ ਹੀ ਇੱਕ ਪੌਣ ਦੇ ਵਿੱਚ ਨੂੰ ਛਣ ਕੇ ਜਿਹੜਾ ਅੰਮ੍ਰਿਤ ਰਸ ਹੈ, ਇਹ ਟਿਫਿਨ ਆ ਸਾਡਾ, ਇਹ ਘਰ ਤੇ ਬਾਹਰ ਦਾ ਖਾਣਾ ਆ। ਲੇਕਿਨ ਜਦੋਂ ਘਰ ਪਹੁੰਚ ਗਏ ਤੇ ਫਿਰ ਤਾਂ ਮਰਜ਼ੀ ਚਾਹੇ ਜਿੰਨੇ ਰੱਜ ਕੇ ਖਾ ਲਓ ਔਰ ਵੀ ਕੁਝ ਖਾ ਲਓ। ਉਹਨੂੰ ਮਹਾਰਾਜ ਕਹਿੰਦੇ ਹਰ ਨਾਮ ਹਮਾਰੇ ਭੋਜਨ 36 ਪ੍ਰਕਾਰ। ਫਿਰ ਆਪਣੇ ਘਰ ਜਾ ਕੇ ਮਰਜ਼ੀ ਚਾਹੇ ਜਿੱਦਾਂ ਦਾ ਪਦਾਰਥ ਛਕ ਸਕਦਾ ਹੈ, ਉਸ ਪਦਾਰਥ ਦੇ ਵਿੱਚ ਸਭ ਕੁਝ ਆ। ਆਪਦੇ ਘਰ ਜਾ ਕੇ ਤਾਂ ਆਪਾਂ ਕੁਝ ਵੀ ਛਕ ਸਕਦੇ ਹਾਂ ਨਾ। ਤਾਂ ਅਸੀਂ ਆਪਣੇ ਘਰ ਆ ਜਾਂਦੇ ਆਪਾਂ ਕਹਿੰਦੇ ਵੀ ਚਲੋ ਚਾਹ ਬਣਾ ਲਓ, ਫਿਰ ਕਹਿੰਦੇ ਚਲੋ ਵੀ ਇਹ ਬਣਾ ਲਓ, ਇਹ ਬਣਾ ਲਓ। ਲੇਕਿਨ ਜਿਹੜਾ ਟਿਫਿਨ ਲੈ ਕੇ ਨੇ ਉੱਥੋਂ ਤਾਂ ਸੀਮਿਤ ਖਾਣਾ ਮਿਲੂਗਾ, ਉੱਥੇ ਟਿਫਿਨ ਹੀ ਚੱਲੂਗਾ ਤੇ ਟਿਫਿਨ ਦੇ ਨਾਲ ਉੱਥੋਂ ਗੁਜ਼ਾਰਾ ਕਰਨਾ ਪੈਣਾ, ਹੈਨਾ। ਤੇ ਇਸ ਕਰਕੇ ਸਾਡਾ ਪੌਣ ਦੇ ਵਿੱਚ ਨੂੰ ਛਣ ਕੇ ਜਿਹੜਾ ਅੰਮ੍ਰਿਤ ਰਸ ਆਂਦਾ, ਇਹ ਸਾਡਾ ਟਿਫਿਨ ਆ, ਹੈਨਾ।
ਤੇ ਕੰਮ ਤੋਂ ਸਾਨੂੰ ਟਿਫਿਨ ਦੇ ਨਾਲ ਹੀ ਆਪਣਾ ਰੱਖਣਾ ਪੈਣਾ। ਜਦੋਂ ਆਪਣਾ ਕੰਮ ਮੁੱਕ ਗਿਆ ਆਪ ਦਾ ਟਿਫਿਨ ਵੀ ਨਾਲ ਆਪਣੇ ਲੈ ਗਏ ਤੇ ਘਰ ਦਾ ਜਾਣ ਦਾ ਬਹਾਨਾ ਨਹੀਂ ਭੁੱਲਣਾ। ਉਹ ਕਹਿੰਦੇ ਸੱਚਾ ਨਾਮ ਮੇਰਾ ਆਧਾਰ। ਘਰ ਆਉਣ ਦਾ ਜਿਹੜਾ ਆਧਾਰ ਹੈ ਉਹ ਨਾਮ ਹੈ। ਦੁਬਾਰਾ ਨਾਮ ਨੂੰ ਫੜ ਕੇ ਆਪਦੇ ਘਰੇ ਆ ਜਾਓ, ਉੱਥੇ ਆ ਕੇ ਸੁਖ ਮਹਿਲ ਦੇ ਵਿੱਚ ਆਰਾਮ ਕਰੋ। ਉਹ ਮਨ ਦੇ ਲਈ ਮਹਿਲ ਆ। ਏਦਾਂ ਮਹਾਰਾਜ ਨੇ ਖੇਲ ਸਮਝਾਈ ਆ। ਮਨ ਨੂੰ ਮਹਾਰਾਜ ਨੇ ਬਹੁਤ ਬਹੁਤ ਖਜ਼ਾਨਾ ਦਿੱਤਾ ਆ। ਮਨ ਨੂੰ ਸਜ਼ਾ ਨਹੀਂ ਦਿੱਤੀ। ਮਨ ਦੀ ਸਜ਼ਾ ਬੰਦੀ ਆ ਜਦੋਂ ਮਨ ਇਹਨਾਂ ਦੇ ਲੜ ਲੱਗਦਾ ਆ, ਝੂਠ ਬੋਲਦਾ ਆ। ਇਹ ਪਰਹੇਜ਼ ਇਸ ਕਰਕੇ ਹੀ ਤਾਂ ਦੱਸੇ ਆ। ਝੂਠ ਬੋਲਦਾ ਆ, ਨਿੰਦਾ ਚੁਗਲੀ ਕਰਦਾ ਆ, ਬੈਰ ਵਿਰੋਧ ਫੁਰਨੇ, ਇਹ ਫੁਰਨੇ ਲੈਂਦਾ ਆ। ਉੱਥੋਂ ਹੀ ਇਹਨੂੰ ਸਜ਼ਾ ਮਿਲਦੀ ਆ, ਉੱਥੋਂ ਹੀ ਇਹਨੂੰ ਸਜ਼ਾ ਮਿਲਦੀ ਹੈ। ਇਸ ਕਰਕੇ ਇਹ ਫਸ ਜਾਂਦਾ ਆ। ਲੇਕਿਨ ਇੱਥੋਂ ਇਹਨੂੰ ਨਾ ਮੋਹ ਕਰਨਾ, ਨਾ ਲੋਭ ਲਾਲਚ ਕਰਨਾ, ਨਾ ਈਰਸਿਆ ਬੈਰ ਵਿਰੋਧ ਨਫ਼ਰਤ, ਇਹ ਕੁਛ ਨਹੀਂ ਕਰਨਾ। ਕੇਵਲ ਹੁਕਮ ਦੇ ਵਿੱਚ ਰਹਿ ਕੇ ਖੇਲਣਾ ਤੇ ਨਾਲ ਨਾਲ ਆਪਣਾ ਅੰਮ੍ਰਿਤ ਰਸ ਪੀ ਜਾਣਾ। ਦ੍ਰਿਸ਼ਟੀ ਨੂੰ ਸਮ ਰੱਖਣਾ, ਹੁਕਮ ਚ ਰਹਿਣਾ। ਹੁਕਮ ਚ ਖੇਲ ਕੇ ਜਿਤਨਾ ਕੰਮ ਕਰਨਾ, ਪਾਉਣ ਨੂੰ ਦੁਬਾਰਾ ਵਿਧੀ ਨੂੰ ਲਾ ਕੇ ਸਮ ਕਰਨਾ। ਵਿਧੀ ਨੂੰ ਸਮ ਕਰਕੇ ਨਿਰਪਤ ਤੋਂ ਜਾ ਕੇ ਧਿਆਨ ਲਾਣਾ, ਆਪਦੇ ਘਰੇ ਚਲੇ ਜਾਣਾ। ਏਦਾਂ ਮਹਾਰਾਜ ਖੇਡ ਸਮਝਾ ਰਹੇ ਨੇ। ਇਹਨੂੰ ਆਪਾਂ ਪ੍ਰੈਕਟੀਕਲੀ ਹੌਲੀ ਹੌਲੀ ਮਾਲਿਕ ਨੂੰ ਬੇਨਤੀਆਂ ਕਰਨੀਆਂ। ਮਾਲਿਕ ਨੂੰ ਬੇਨਤੀਆਂ ਕਰਨੀਆਂ, ਸੰਕੇ ਨਹੀਂ ਕਰਨੇ। ਸੰਕੇ ਨਹੀਂ ਕਰਨੇ। ਹੌਲੀ ਹੌਲੀ ਧੀਰੇ ਧੀਰੇ, ਕਿੰਨੇ ਸਹਿਜ ਦੀ ਖੇਲ ਹੈ। ਕਿਹਦੀ ਖੇਲ ਹੈ? ਸਹਿਜ। ਤੇ ਇਸ ਕਰਕੇ ਸਹਿਜੇ ਸਹਿਜੇ ਸਿੱਖੀ ਚਲੋ। ਮਹਾਰਾਜ ਕਹਿ ਰਹੇ ਨੇ ਹੌਲੀ ਹੌਲੀ ਧੀਰੇ ਧੀਰੇ ਘਰ ਬੈਠਣਾ ਸਿੱਖੀ ਚਲੋ, ਕਾਲੀ ਨਾ ਕਰੋ। ਤੇ ਇਸ ਏਰੀਆ ਦੇ ਵਿੱਚ ਗੁਰਮਤ ਦੇ ਰਾਹੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗਿਆਨ ਦਿੱਤਾ। ਕਹਿੰਦੇ ਵੀ ਇਧਰੋਂ ਤੁਹਾਨੂੰ ਇਹੀ ਗਾਈਡ ਕਰਨਗੇ। ਇਹਨਾਂ ਨੂੰ ਸਤਿਗੁਰੂ ਥਾਪਿਆ ਆ। ਇਹ ਤੁਹਾਨੂੰ ਦੱਸਣਗੇ ਕਿ ਕਿਵੇਂ ਇੱਥੋਂ ਸਾਰਾ ਤੁਸੀਂ ਆਪਣੀ ਖੇਲ ਜਿਹੜੀ ਵਿਗੜੀ ਹੋਈ ਆ ਉਹਨੂੰ ਕਿਵੇਂ ਸੁਧਾਰ ਸਕਦੇ ਹੋ। ਇਹ ਸੁਧਾਰ ਕੇ ਫਿਰ ਉੱਥੇ ਦਾ ਗੁਰੂ ਅਨਹਦ ਸ਼ਬਦ ਆ, ਉੱਥੋਂ ਤੁਹਾਨੂੰ ਉਹ ਗਾਈਡ ਕਰੂਗਾ। ਉਹ ਤੁਹਾਨੂੰ 68 ਦੀ ਤੀਰਥ, ਸਾਰੀਆਂ ਦਿਸ਼ਾਵਾਂ ਦੀ ਸੈਰ, ਉਹ ਸਾਰਾ ਕੁਛ ਉਹ ਗੁਰੂ ਨੂੰ ਸ਼ਬਦ ਗੁਰੂ ਨਾਮ ਦੇ ਵਿੱਚੋਂ ਖਜ਼ਾਨਾ ਆ, ਉਹ ਉੱਥੇ ਉਹਦੇ ਰਾਹੀਂ ਮਿਲੂਗਾ। ਤੇ ਇਸ ਕਰਕੇ ਗਿਆਨ ਦੇ ਰਹੇ ਨੇ ਮਹਾਰਾਜ। ਤੇ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਹੈ ਜੀ ਸਾਰੇ ਹੀ ਪਰਿਵਾਰ ਨੇ ਗੁਰਮੁਖ ਪਿਆਰਿਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਮੁੱਖ ਰੱਖਦੇ ਹੋਇਆ ਵਿਚਾਰ ਕੀਤੀ ਹੈ ਜੀ। ਜੇ ਵਿਚਾਰ ਕਰਦਿਆਂ ਹੋਇਆ ਕੋਈ ਸ਼ਬਦ ਸਾਥੋਂ ਗੁਰਬਾਣੀ ਗੁਰੂ ਦਾ ਅੱਗੇ ਪਿੱਛੇ ਪੜਿਆ ਗਿਆ ਹੋ, ਵਾਹਿਗੁਰੂ ਗਲਤੀ ਹੋ ਜਾਂਦੀ ਹੈ। ਗੁਰਬਾਣੀ ਗੁਰੂ ਦੇ ਸ਼ਬਦ ਵਿਚਾਰਦਿਆਂ ਹੋਇਆ ਆਪ ਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਨੇ ਜੀ, ਬਖਸ਼ ਦੇਣਾ ਵਾਹਿਗੁਰੂ। ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।